ਹੈਲੋ ਦੋਸਤੋ, ਮੈਂ ਹਾਂ ਅੰਕਿਤ ਸਿੰਘ ਰਾਣਾ ਤੇ ਪ੍ਰਤਾਪ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਆਪਣੇ ਪ੍ਰਾਚੀਨ ਹਿਸਟਰੀ ਦੀ ਵੀਡੀਓ ਸੀਰੀਜ਼ ਹੈ ਜਿਹੜੀ ਸ਼ੁਰੂ ਕਰੀ ਹੋਈ ਹੈ ਹਨਾ। ਪੰਜਾਬ ਦੇ ਸਾਰੇ ਕੰਪੀਟੀਟਿਵ ਐਗਜ਼ਾਮਸ ਦੇ ਲਈ ਆਪਾਂ ਹਿਸਟਰੀ ਹੈ ਜਿਹੜੀ ਉਹਨੂੰ ਪੰਜਾਬੀ ਚ ਪੜ੍ਹ ਰਹੇ ਹਾਂ। ਤਾਂ ਉਹਦਾ ਅੱਜ ਆਪਾਂ 6ਵਾਂ ਲੈਕਚਰ ਹੈ ਉਹ ਕਰਾਂਗੇ। ਠੀਕ ਹੈ, ਇਸ ਤੋਂ ਪਹਿਲਾਂ ਆਪਾਂ ਨੇ 5 ਲੈਕਚਰ ਕਰ ਲਏ ਨੇ। ਜੇ ਤੁਸੀਂ ਚੈਨਲ ਤੇ ਨਏ ਹੋ, ਤੁਸੀਂ ਉਹ ਲੈਕਚਰ ਨਹੀਂ ਵੇਖੇ ਤਾਂ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਮਿਲ ਜੂਗਾ। ਇੱਕ ਪਲੇਲਿਸਟ ਅਲੱਗ ਤੋਂ ਹੀ ਬਣਾਈ ਹੋਈ ਹੈ ਮੈਂ, ਹਿਸਟਰੀ ਆਫ ਇੰਡੀਆ ਦੇ ਨਾਂ ਤੋਂ, ਪ੍ਰਾਚੀਨ ਹਿਸਟਰੀ ਦੇ ਨਾਂ ਤੋਂ। ਠੀਕ ਹੈ ਜੀ, ਉਹ ਤੁਸੀਂ ਉੱਥੋਂ ਜਾ ਕੇ ਜਿਹੜੇ 4 ਲੈਕਚਰ ਨੇ ਪਹਿਲੇ ਉਹ ਦੇਖ ਸਕਦੇ ਹੋ। ਠੀਕ ਹੈ, ਤੇ ਅੱਜ ਦਾ ਆਪਣਾ ਟੌਪਿਕ ਕੀ ਹੈ? ਜੈਨ ਧਰਮ। ਠੀਕ ਹੈ ਨਾ, ਜੈਨ ਰਿਲੀਜਨ ਬਾਰੇ ਆਪਾਂ ਸਟੱਡੀ ਕਰਾਂਗੇ ਕਿ ਵੈਦਿਕ ਧਰਮ ਤੋਂ ਬਾਅਦ ਜਿਹੜੇ ਨਵੇਂ ਰਿਲੀਜਨ ਬਣੇ ਨੇ, ਜੈਨ ਧਰਮ, ਬੁੱਧ ਧਰਮ ਹਨਾ, ਉਹ ਕਿਉਂ ਬਣੇ ਨੇ ਤੇ ਉਹਦੇ ਕੀ ਕੀ ਕਾਰਨ ਰਹੇ ਆ, ਤੇ ਜਿਹੜੇ ਧਰਮ ਬਣੇ ਨੇ ਹਨਾ, ਜੈਨ ਧਰਮ ਤੇ ਬੁੱਧ ਧਰਮ, ਉਹਨਾਂ ਦੇ ਉੱਤੇ ਕੀ ਕੀ ਕੁਐਸਚਨ ਆ ਸਕਦੇ ਆ, ਉਹਨਾਂ ਨੂੰ ਵੀ ਆਪਾਂ ਸਟੱਡੀ ਕਰਾਂਗੇ। ਠੀਕ ਹੈ ਜੀ, ਉਸ ਤੋਂ ਪਹਿਲਾਂ ਇਹ ਸਾਡਾ ਇੰਸਟਾਗ੍ਰਾਮ ਅਕਾਊਂਟ ਹੈ ਬਾਈ। ਠੀਕ ਹੈ, ਜੇ ਤੁਸੀਂ ਨਹੀਂ ਜੁੜੇ ਇੰਸਟਾ ਤੇ ਸਾਡੇ ਨਾਲ ਤਾਂ ਜੁੜ ਸਕਦੇ ਹੋ। ਠੀਕ ਹੈ, ਤੇ ਟੈਲੀਗ੍ਰਾਮ ਚੈਨਲ ਦਾ ਲਿੰਕ ਵੀ ਤੁਹਾਨੂੰ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਬਾਕੀ ਜਿਹੜੀ ਆਪਣੀ ਐਂਡਰੋਇਡ ਐਪ ਹੈ ਉਹਦੇ ਤੇ ਆਲਰੇਡੀ PPSC ਦੇ ਜਿੰਨੇ ਵੀ ਐਗਜ਼ਾਮ ਆਏ ਹੋਏ ਨੇ ਹਨਾ, ਉਹਨਾਂ ਦੇ ਕੋਰਸ ਆਲਰੇਡੀ ਉੱਤੇ ਚੱਲ ਰਹੇ ਨੇ। ਠੀਕ ਹੈ, ਤੇ ਤੁਸੀਂ ਵੀ ਉੱਥੋਂ ਐਂਡਰੋਇਡ ਐਪ, ਉਹਦਾ ਲਿੰਕ ਤੁਹਾਨੂੰ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਉਹ ਡਾਊਨਲੋਡ ਕਰਕੇ ਆਪਣੀ ਜਿਹੜੀ ਸਟੱਡੀ ਹੈ ਉਹਨੂੰ ਹੋਰ ਵੀ ਵਧੀਆ ਬਣਾ ਸਕਦੇ ਹੋ। ਠੀਕ ਹੈ ਜੀ, ਤਾਂ ਅੱਜ ਦਾ ਆਪਣਾ ਟੌਪਿਕ ਕੀ ਹੈ? ਜੈਨ ਧਰਮ। ਤੇ ਜੈਨ ਧਰਮ ਤੋਂ ਪਹਿਲਾਂ ਆਪਾਂ ਕੀ ਪੜਾਂਗੇ? ਰਿਲੀਜੀਅਸ ਮੂਵਮੈਂਟਸ। ਠੀਕ ਹੈ ਨਾ, ਯਾਨੀ ਦੇਖੋ, ਇਸ ਤੋਂ ਪਹਿਲਾਂ ਲੈਕਚਰ 'ਚ ਆਪਾਂ ਨੇ ਕੀ ਪੜ੍ਹਿਆ ਸੀਗਾ? ਵੈਦਿਕ ਕਾਲ ਪੜ੍ਹਿਆ ਆਪਾਂ ਨੇ ਹਨਾ। ਵੈਦਿਕ ਕਾਲ ਕੀ ਸੀ? ਵੈਦਿਕ ਕਾਲ ਇੱਕ ਮਤਲਬ ਬਹੁਤ ਲੰਬਾ ਟਾਈਮ ਪੀਰੀਅਡ ਰਿਹਾ, 900 ਤੇ 1000 ਸਾਲਾਂ ਦਾ ਹਨਾ। ਉਹਨਾਂ 900 ਤੇ 1000 ਸਾਲਾਂ ਦੇ ਵਿੱਚ ਕੀ ਹੈ, ਜਿਹੜੀ ਉਹਦੀ ਮਤਲਬ ਪਿਓਰਿਟੀ ਸੀਗੀ ਹਨਾ, ਜੋ ਉਹਦੀ ਖਾਸੀਅਤ ਸੀ, ਜਦੋਂ ਵੀ ਉਹ ਚੱਲਿਆ ਹੋਣਾ ਹਨਾ, ਵੈਦਿਕ ਧਰਮ, ਜਦੋਂ ਵੀ ਰਿਗਵੇਦ ਵਗੈਰਾ ਲਿਖੇ ਗਏ ਹੋਣੇ, ਤਾਂ ਉਹ ਸਾਰਾ ਕੁਝ ਉਹ ਭੁਲਾ ਚੁੱਕੇ ਸੀ ਹਨਾ। ਉਹ ਸਾਰਾ ਕੁਝ ਖਤਮ ਹੋ ਗਿਆ ਸੀ। ਹੁਣ ਉਹਦੇ 'ਚ ਕੀ ਹੈ? ਕਰਮਕਾਂਡ ਜਿਹੜੇ ਉਹ ਜ਼ਿਆਦਾ ਵੱਧ ਗਏ। ਨਾਲੇ ਫਿਰ ਹੁੰਦਾ ਕੀ ਹੈ, 1000 BC ਦੇ ਵਿੱਚ ਆਇਰਨ ਦੀ ਖੋਜ ਹੁੰਦੀ ਹੈ, ਲੋਹੇ ਦੀ, ਤੇ ਉਸ ਤੋਂ ਬਾਅਦ ਜਿਹੜੀ ਇੰਡਸਟਰੀਅਲ ਰੈਵੋਲੂਸ਼ਨ ਚੱਲਦੀ ਹੈ ਹਨਾ, ਜਾਂ ਐਗਰੀਕਲਚਰ ਰੈਵੋਲੂਸ਼ਨ ਤੁਸੀਂ ਕਹਿ ਲਓ, ਉਹ ਚੱਲਦੀ ਹੈ। ਉਹਨੇ ਆਪਣੇ ਸਮਾਜ ਨੂੰ ਪੂਰੀ ਤਰ੍ਹਾਂ ਬਦਲਤਾ। ਠੀਕ ਹੈ ਨਾ, ਨਵੇਂ ਨਵੇਂ ਸ਼ਹਿਰ ਬਣਦੇ ਆ। ਠੀਕ ਹੈ ਨਾ, ਨਵੇਂ ਕਿੱਤੇ, ਨਵੇਂ ਰੋਜ਼ਗਾਰ ਬਣਦੇ ਆ। ਹੁਣ ਜਨਤਾ ਕੋਲ ਦੇਖੋ ਜ਼ਿਆਦਾ ਪੈਦਾਵਾਰ ਹੋਣ ਕਰਕੇ ਜਿਹੜੇ ਵੀ ਖੇਤੀ ਕਰ ਰਹੇ ਉਹਨਾਂ ਕੋਲ ਜ਼ਿਆਦਾ ਪੈਸਾ ਆ ਗਿਆ, ਜ਼ਿਆਦਾ ਧਨ ਦੌਲਤ ਸੰਪਤੀ ਉਹਨਾਂ ਕੋਲ ਆ ਗਈ। ਹੁਣ ਜਿਹੜੇ ਕੰਮਾਂ ਦੇ ਵਿੱਚ ਉਹ ਪਰਫੈਕਟ ਨਹੀਂ ਸੀ ਹਨਾ, ਪਹਿਲਾਂ ਤਾਂ ਕੀ ਸੀ, ਵੈਦਿਕ ਸੱਭਿਅਤਾ ਦੇ ਟਾਈਮ ਛੋਟੇ ਛੋਟੇ ਕਬੀਲੇ ਸੀਗੇ ਤੇ ਆਪਣੇ ਮਤਲਬ ਜੋ ਵੀ ਜਨਤਾ ਨੇ ਕੰਮ ਕਰਨਾ ਉਹ ਸਾਰਾ ਆਪ ਹੀ ਕਰਦੇ ਸੀਗੇ। ਆਪਣੇ ਲਈ ਕੱਪੜੇ ਬੁਣਨਾ ਹਨਾ, ਤੇ ਚਮੜੇ ਦਾ ਕੰਮ ਹੈ, ਉਹ ਸਾਰਾ ਕੰਮ ਉਹ ਆਪ ਹੀ ਕਰ ਰਹੇ ਸੀਗੇ। ਕੱਪੜਾ ਵੀ, ਬਰਤਨ ਵੀ, ਸਾਰਾ ਕੁਝ ਆਪ ਕਰ ਰਹੇ ਸੀ। ਹੁਣ ਜਿਹਦੇ ਕੋਲ ਜ਼ਿਆਦਾ ਪੈਸਾ ਆ ਜਾਊਗਾ ਹਨਾ, ਉਹ ਕੀ ਸੋਚੂਗਾ ਕਿ ਯਾਰ ਜਿਹਦੇ 'ਚ ਜ਼ਿਆਦਾ ਸਕਿੱਲ ਹੈ ਨਾ, ਜਿਹੜਾ ਜ਼ਿਆਦਾ ਵਧੀਆ ਕੱਪੜੇ ਬਣਾ ਸਕਦਾ, ਮੈਂ ਉਹਦੇ ਤੋਂ ਬਣਵਾ ਲਾਂ ਪੈਸੇ ਦੇ ਕੇ ਹਨਾ। ਤਾਂ ਫਿਰ ਉਹ ਕੱਪੜੇ ਬਣਾਉਣ ਵਾਲੇ ਬੰਦੇ, ਮਤਲਬ ਇੱਕ ਤਰ੍ਹਾਂ ਤੋਂ ਤੁਸੀਂ ਕਹਿ ਸਕਦੇ ਹੋ ਇੱਕ ਨਵਾਂ ਰੋਜ਼ਗਾਰ ਪੈਦਾ ਹੋ ਗਿਆ ਨਾ ਕੱਪੜੇ ਵਾਲੇ ਦਾ। ਠੀਕ ਹੈ, ਬਰਤਨ ਜਿਹੜਾ ਪਰਫੈਕਟ ਹੈ ਉਹ ਬਰਤਨ ਉਹਦੇ ਤੋਂ ਬਣਵਾਊਗਾ। ਠੀਕ ਹੈ ਨਾ, ਤਾਂ ਜਦੋਂ ਮਤਲਬ ਸਮਾਜ ਦੇ ਵਿੱਚ ਪੈਸਾ ਆ ਜਾਊਗਾ ਹਨਾ, ਫਿਰ ਕੀ ਹੈ, ਨਵੇਂ ਨਵੇਂ ਰੋਜ਼ਗਾਰ ਹੈ ਜਿਹੜੇ ਉਸ ਟਾਈਮ ਉਹ ਬਣ ਗਏ। ਠੀਕ ਹੈ, ਬਾਅਦ ਦੇ ਵਿੱਚ ਫਿਰ ਉਹੀ ਕਾਸਟਾਂ ਬਣ ਗਈਆਂ। ਠੀਕ ਹੈ ਨਾ, ਜਿਹੜਾ ਚਮੜੇ ਦਾ ਕੰਮ ਕਰਦਾ ਸੀ ਉਹ ਕਾਸਟ ਅਲੱਗ ਬਣ ਗਈ ਹਨਾ, ਜਿਹੜਾ ਲੋਹੇ ਦਾ ਕੰਮ ਕਰ ਰਿਹਾ ਉਹਦੀ ਕਾਸਟ ਅਲੱਗ ਬਣ ਗਈ। ਇਦਾਂ ਕਰਕੇ ਜਿਹੜੇ ਬਰਤਨ ਬਣਾ ਰਹੇ ਉਹਦੀ ਕਾਸਟ ਅਲੱਗ ਬਣ ਗਈ, ਜਿਹੜਾ ਲੱਕੜ ਦਾ ਕੰਮ ਕਰ ਰਿਹਾ ਉਹਦੀ ਕਾਸਟਾਂ ਅਲੱਗ ਬਣ ਗਈ। ਇਹ ਸਾਰਾ ਕੁਝ ਨਵੀਂ ਨਵੀਂ ਕਾਸਟਾਂ ਵਗੈਰਾ, ਇਹ ਸਾਰਾ ਕੁਝ ਬਣਨਾ ਸ਼ੁਰੂ ਹੋ ਗਿਆ ਲੋਹੇ ਦੀ ਖੋਜ ਤੋਂ ਬਾਅਦ, ਜਾਂ ਜਿਹੜੀ ਇੰਡਸਟਰੀਲਾਈਜੇਸ਼ਨ ਹੋਈ ਹੈ ਉਸ ਤੋਂ ਬਾਅਦ। ਠੀਕ ਹੈ ਨਾ, ਨਵੀਂ ਕਰੰਸੀਆਂ ਆ ਗਈ, ਇਹ ਸਾਰਾ ਕੁਝ ਹੋਇਆ। ਬਟ ਇਸੇ ਦੌਰਾਨ ਕੀ ਹੈ, ਜਿਹੜੇ ਮਤਲਬ ਵੇਦ ਸੀ ਹਨਾ, ਉਹ ਸੰਸਕ੍ਰਿਤ ਲੈਂਗੁਏਜ ਦੇ ਵਿੱਚ ਲਿਖੇ ਹੋਏ ਸੀ, ਤੇ ਜਨਤਾ ਜਿਹੜੀ ਉਹ ਉਹਨਾਂ ਤੋਂ ਦੂਰ ਹੁੰਦੀ ਚਲੀ ਗਈ। ਤੇ ਉਹਨਾਂ ਨੂੰ ਸਾਰਿਆਂ ਨੂੰ ਫਿਰ ਐਕਸਪਲੇਨ ਕਰਨ ਦੀ ਜ਼ਿੰਮੇਵਾਰੀ ਕਿਹਦੇ ਕੋਲ ਆ ਗਈ? ਬਸ ਉਹ ਜਿਹੜੇ ਬ੍ਰਾਹਮਣ ਸੀਗੇ ਉਸ ਟਾਈਮ ਦੇ, ਵੈਦਿਕ ਬ੍ਰਾਹਮਣ, ਉਹਨਾਂ ਨੂੰ ਮਿਲ ਗਈ ਹਨਾ। ਫਿਰ ਉਹਨਾਂ ਨੇ ਆਪਣੇ ਹਿਸਾਬ ਨਾਲ ਕੀ ਹੈ, ਮਤਲਬ ਜਿਹੜੀ ਉਹਨਾਂ ਦੀ ਪਿਓਰਿਟੀ ਸੀ ਉਹ ਤਾਂ ਖਤਮ ਹੋ ਗਈ। ਠੀਕ ਹੈ ਨਾ, ਹੁਣ ਕੀ ਹੈ, ਰਿਲੀਜਨ ਦੇ ਵਿੱਚ ਕਰਪਸ਼ਨ ਇੱਕ ਤਰ੍ਹਾਂ ਤੋਂ ਐਡ ਹੋ ਗਈ, ਕਿਉਂਕਿ ਜਦੋਂ ਪੈਸਾ ਐਡ ਹੁੰਦਾ ਤਾਂ ਫਿਰ ਕਰਪਸ਼ਨ ਵੀ ਉਹਦੇ ਨਾਲ ਨਾਲ ਐਡ ਹੁੰਦੀ ਹੈ। ਠੀਕ ਹੈ ਨਾ, ਉਹ ਜਿਹੜੀ ਮਤਲਬ ਉਹਨਾਂ ਦੀ ਅੱਛੀ ਗੱਲਾਂ ਸੀ ਹਨਾ, ਉਹ ਤਾਂ ਸਾਰੀ ਸਾਈਡ ਦੇ ਵਿੱਚ ਰੱਖ ਦਿਓ। ਹੁਣ ਕੀ ਹੈ, ਜਿਹੜੇ ਕਾਸਟ ਸਿਸਟਮ ਹੈ ਉਹ ਜ਼ਿਆਦਾ ਕਠੋਰ ਹੁੰਦਾ ਚਲੇ ਗਿਆ, ਤੇ ਫਿਰ ਕੀ ਹੈ, ਜਿਹੜੀ ਮਤਲਬ ਐਕਸਪਲੇਨੇਸ਼ਨ ਹੈ ਰਿਲੀਜਨ ਦੀ, ਉਹ ਕੌਣ ਕਰ ਰਿਹਾ? ਉਸ ਟਾਈਮ ਦੇ ਵੈਦਿਕ ਬ੍ਰਾਹਮਣ ਕਰ ਰਹੇ ਆ। ਠੀਕ ਹੈ ਨਾ, ਤਾਂ ਫਿਰ ਇੱਕ ਤਰ੍ਹਾਂ ਤੋਂ ਸਮਾਜ ਦੇ ਵਿੱਚ ਜ਼ਿਆਦਾ ਬੁਰਾਈਆਂ ਆਣ ਕਰਕੇ, ਆਪਾਂ ਇਹ ਵੀ ਕਹਿ ਸਕਦੇ ਹਾਂ ਸਮਾਜ ਦੇ ਵਿੱਚ ਜ਼ਿਆਦਾ ਬੁਰਾਈਆਂ ਆਣ ਕਰਕੇ, ਜਾਂ ਫਿਰ ਵੈਦਿਕ ਧਰਮ ਤੋਂ ਤੰਗ ਹੋ ਕੇ ਉਸ ਟਾਈਮ ਲੋਕਾਂ ਨੇ ਫਿਰ ਕੀ ਹੈ, ਲੋਕਾਂ ਨੂੰ ਇੱਕ ਨਵੀਂ ਵਿਚਾਰਧਾਰਾ ਦੀ, ਇਹਨਾਂ ਸਾਰੀ ਚੀਜ਼ਾਂ ਦੀ, ਨਵੇਂ ਰਿਲੀਜਨਾਂ ਦੀ ਲੋੜ ਪੈ ਗਈ ਹੈ ਨਾ। ਕਾਫੀ ਰਿਲੀਜਨ ਬਣਦੇ ਆ ਉਸ ਟਾਈਮ। ਠੀਕ ਹੈ ਨਾ, ਕਾਫੀ ਸੰਪਰਦਾ ਬਣਦੇ ਆ ਉਸ ਟਾਈਮ, ਬਟ ਮਤਲਬ ਜਿਹੜੇ ਜ਼ਿਆਦਾ ਫੇਮਸ ਹੋਏ ਆ ਉਹ ਜੈਨ ਤੇ ਬੌਧ ਹੀ ਹੋਏ ਆ। ਠੀਕ ਹੈ ਨਾ, ਰਿਲੀਜਨ ਤਾਂ ਉਸ ਟਾਈਮ ਕਾਫੀ ਬਣੇ ਆ, ਲਗਭਗ ਮਤਲਬ ਤੁਸੀਂ ਕਹਿ ਸਕਦੇ ਹੋ 60 ਪਲੱਸ ਤੋਂ ਵੀ ਜ਼ਿਆਦਾ ਰਿਲੀਜਨ ਸੀਗੇ ਇੱਕ ਟਾਈਮ। ਠੀਕ ਹੈ ਨਾ, ਉਹ ਮਤਲਬ ਉਸ ਟਾਈਮ 60 ਪਲੱਸ ਤੋਂ ਵੀ ਜ਼ਿਆਦਾ ਜਿਹੜੇ ਨਵੇਂ ਵਿਚਾਰਧਾਰਾ
ਜਿਹੜੀ ਨਵੀਂ ਆਈਡੀਓਲੋਜੀ ਹੈ ਹਨਾ, ਨਵੇਂ ਧਰਮ ਹੈ ਉਹ ਬਣਦੇ ਆ। ਬਟ ਜਿਹੜਾ ਗੌਤਮ ਬੁੱਧ ਹੈ ਤੇ ਮਹਾਵੀਰ ਜੈਨ ਹੈ ਹਨਾ, ਬੁੱਧ ਧਰਮ ਦੇ ਗੌਤਮ ਬੁੱਧ ਹੋ ਗਏ ਤੇ ਮਹਾਵੀਰ ਜੈਨ ਹੈ ਜਿਹੜੇ ਉਹ ਜੈਨ ਧਰਮ ਦੇ ਹੋ ਗਏ। ਇਹਨਾਂ ਦੀ ਪਰਸਨੈਲਿਟੀ ਇਹੋ ਜਿਹੀ ਸੀਗੀ, ਮਤਲਬ ਜਾਂ ਇਹਨਾਂ ਦੇ ਤੁਸੀਂ ਵਿਚਾਰ ਕਹਿ ਲਓ ਜਾਂ ਇਹਨਾਂ ਦੀ ਮਿਹਨਤ ਕਹਿ ਲਓ, ਕਿ ਇਹਨਾਂ ਦੀ ਮਿਹਨਤ ਕਰਕੇ ਇਹ ਜਿਹੜੇ ਦੋ ਰਿਲੀਜਨ ਆ ਠੀਕ ਹੈ ਨਾ, ਇਹ ਬਹੁਤ ਜ਼ਿਆਦਾ ਫੇਮਸ ਹੁੰਦੇ ਆ। ਠੀਕ ਹੈ ਨਾ, ਤਾਂ ਇਹ ਸਾਰਾ ਕੁਝ ਹੀ ਆਪਾਂ ਪੜਾਂਗੇ। ਠੀਕ ਹੈ ਨਾ, ਪਹਿਲਾਂ ਆਪਾਂ ਜੈਨ ਧਰਮ ਨੂੰ ਸਟੱਡੀ ਕਰਾਂਗੇ, ਫਿਰ ਆਪਾਂ ਬੁੱਧ ਧਰਮ ਨੂੰ ਸਟੱਡੀ ਕਰਾਂਗੇ। ਠੀਕ ਹੈ ਜੀ, ਬਾਕੀ ਇਹੀ ਹੈ ਇਹਦੇ ਬਾਰੇ। ਠੀਕ ਹੈ ਨਾ, ਉੱਤਰ ਵੈਦਿਕ ਕਾਲ ਤੋਂ ਬਾਅਦ ਵੱਖ-ਵੱਖ ਧਾਰਮਿਕ ਅੰਦੋਲਨਾਂ ਨੇ ਜਨਮ ਲਿਆ। ਕਿਉਂ ਲਿਆ ਉਹ ਮੈਂ ਤੁਹਾਨੂੰ ਦੱਸਤਾ। ਠੀਕ ਹੈ ਜੀ, ਕਿਉਂਕਿ ਜਿਹੜਾ ਵੈਦਿਕ ਕਾਲ ਸੀਗਾ ਜਾਂ ਮਤਲਬ ਵੈਦਿਕ ਰਿਲੀਜਨ ਸੀਗਾ ਹਨਾ, ਉਹ 900 ਤੇ 1000 ਸਾਲਾਂ ਦੇ ਵਿੱਚ ਜਿਹੜੀ ਆਪਣੀ ਅਸਲੀ ਸ਼ੁੱਧਤਾ ਸੀ ਉਸਨੂੰ ਉਹ ਗਵਾ ਚੁੱਕਿਆ ਸੀ। ਠੀਕ ਹੈ ਨਾ, ਤੇ ਇਹ ਬਹੁਤ ਜ਼ਿਆਦਾ ਕੀ ਹੋ ਗਿਆ ਸੀ, ਗੁੰਝਲਦਾਰ, ਮਤਲਬ ਬਹੁਤ ਜ਼ਿਆਦਾ ਕੰਪਲੈਕਸ ਹੋ ਗਿਆ ਸੀ। ਤੇ ਜਨਤਾ ਨੂੰ ਮਤਲਬ ਜਿਹੜੀ ਜਨਤਾ ਸੀ ਉਹ ਵੀ ਇੱਕ ਮਤਲਬ ਇੰਨਾ ਬਰਡਨ ਹੋ ਗਿਆ ਸੀ ਹਨਾ, ਯੱਗ ਇੰਨਾ ਖਰਚਾ ਹੁੰਦਾ ਯੱਗ ਕਰਨ ਤੇ, ਜਿਹੜੇ ਯੱਗ ਕਰਦੇ ਸੀ ਉਸ ਟਾਈਮ ਬ੍ਰਾਹਮਣ ਹਨਾ, ਤਾਂ ਉਹ ਸਾਰਾ ਕੁਝ ਫਿਰ ਖਤਮ ਹੋ ਗਿਆ ਜਦੋਂ ਨਵੇਂ ਰਿਲੀਜਨ ਬਣੇ ਆ। ਠੀਕ ਹੈ ਨਾ, ਉਹ ਸਾਰਾ ਕੁਝ ਫਿਰ ਖਤਮ ਹੋ ਗਿਆ ਜਦੋਂ ਨਵੇਂ ਰਿਲੀਜਨ ਬਣੇ ਆ ਤੇ ਨਵੀਂ ਆਈਡੀਓਲੋਜੀ ਦਾ ਜਨਮ ਹੋਇਆ ਹਨਾ। ਤਾਂ ਆਪਾਂ ਪਹਿਲਾਂ ਅੱਜ ਜੈਨ ਧਰਮ ਨੂੰ ਸਟੱਡੀ ਕਰਾਂਗੇ, ਉਸ ਤੋਂ ਬਾਅਦ ਫਿਰ ਆਪਾਂ ਕੱਲ ਦੇ ਲੈਕਚਰ ਦੇ ਵਿੱਚ ਬੁੱਧ ਧਰਮ ਨੂੰ ਦੇਖਾਂਗੇ, ਨੈਕਸਟ ਲੈਕਚਰ ਦੇ ਵਿੱਚ। ਜੈਨ ਧਰਮ ਬਾਰੇ ਬੇਸਿਕ ਜੇ ਪੁਆਇੰਟ ਆਪਾਂ ਨੇ ਯਾਦ ਰੱਖਣੇ ਆ ਪਹਿਲਾਂ ਆਪਾਂ ਜੈਨ ਧਰਮ ਦੇ ਇਹ ਦੇਖ ਲੈਂਦੇ ਕਿ ਟੋਟਲ ਗੁਰੂ ਕਿੰਨੇ ਨੇ, ਜਾਂ ਗੁਰੂਆਂ ਨੂੰ ਆਪਾਂ ਕੀ ਬੋਲਦੇ ਆ, ਤੀਰਥੰਕਾਰ ਬੋਲਦੇ ਆ। ਤਾਂ ਟੋਟਲ 24 ਹੋਏ ਨੇ ਬਈ ਹਨਾ। ਤੇ ਜਿਹੜਾ ਸਭ ਤੋਂ ਪਹਿਲਾਂ ਸੀਗਾ ਉਹਦਾ ਨਾਮ ਹੈ ਰਿਸ਼ਭਦੇਵ, ਜਾਂ ਫਿਰ ਰਿਸ਼ਭਨਾਥ ਵੀ ਉਹਨੂੰ ਕਿਹਾ ਜਾਂਦਾ ਹੈ। ਜੈਨ ਧਰਮ ਦਾ ਜਿਹੜਾ ਸੰਸਥਾਪਕ ਹੈ। ਜੈਨ ਧਰਮ ਦੇ ਵਿੱਚ 24 ਤੀਰਥੰਕਾਰ ਹੋਏ ਨੇ, ਮਤਲਬ 24 ਗੁਰੂ ਹੋਏ ਨੇ। ਜਿੱਦਾਂ ਆਪਾਂ ਪੰਜਾਬ ਦੇ ਵਿੱਚ ਕਹਿ ਦਿੰਦੇ ਕਿ ਸਿੱਖ ਧਰਮ ਦੇ ਵਿੱਚ 10 ਗੁਰੂ ਹੋਏ ਨੇ ਹਨਾ, ਤਾਂ ਜੈਨ ਧਰਮ ਦੇ ਵਿੱਚ 24 ਤੀਰਥੰਕਾਰ ਹੋਏ ਨੇ ਜਾਂ 24 ਗੁਰੂ ਹੋਏ ਨੇ। ਤੇ ਜਿਹੜਾ ਸਭ ਤੋਂ ਪਹਿਲਾਂ ਸੀਗਾ ਉਹਦਾ ਨਾਮ ਸੀਗਾ ਰਿਸ਼ਭਦੇਵ, ਜਾਂ ਰਿਸ਼ਭਨਾਥ ਵੀ ਉਹਨੂੰ ਕਿਹਾ ਜਾਂਦਾ। ਤੇ ਇਹਦਾ ਜਨਮ ਕਦੋਂ ਹੋਇਆ ਇਹ ਸਾਰਾ ਕੁਝ ਐਕੂਰੇਟ ਤਾਂ ਕਿਸੇ ਨੂੰ ਵੀ ਨਹੀਂ ਪਤਾ ਬਾਈ। ਠੀਕ ਹੈ ਨਾ, ਐਕੂਰੇਟ ਤਾਂ ਕਿਸੇ ਨੂੰ ਵੀ ਨਹੀਂ ਪਤਾ, ਬਹੁਤ ਜ਼ਿਆਦਾ ਪੁਰਾਣੇ ਸੀਗੇ। ਤੇ ਇਹਨਾਂ ਦਾ ਜ਼ਿਕਰ ਹੈ ਜਿਹੜਾ ਉਹ ਰਿਗਵੇਦ ਦੇ ਵਿੱਚ ਵੀ ਮਿਲਦਾ, ਜਦੋਂ ਰਿਗਵੇਦ ਲਿਖਿਆ ਗਿਆ ਸੀ ਨਾ ਤਾਂ ਉਸ ਟਾਈਮ ਦੇ ਵਿੱਚ। ਠੀਕ ਹੈ ਨਾ, ਤਾਂ ਇਹਨਾਂ ਦਾ ਜ਼ਿਕਰ ਹੈ ਜਿਹੜਾ ਰਿਸ਼ਭਨਾਥ ਜੀ ਦਾ, ਇਹ ਕਿੱਥੇ ਮਿਲਦਾ, ਇਹ ਰਿਗਵੇਦ ਦੇ ਵਿੱਚ ਵੀ ਮਿਲਦਾ, ਜਿਹੜਾ ਵੈਦਿਕ ਧਰਮ ਦਾ ਗ੍ਰੰਥ ਹੈ ਹਨਾ। ਠੀਕ ਹੈ ਜੀ, ਇਹ ਯਾਦ ਰੱਖਣਾ ਆਪਾਂ ਨੇ। ਤੇ ਬਾਅਦ ਦੇ ਜਿਹੜੇ ਪੁਰਾਣ ਲਿਖੇ ਗਏ ਨਾ, ਪੁਰਾਣ ਤਾਂ ਕਾਫੀ ਬਾਅਦ ਦੇ ਵਿੱਚ ਲਿਖੇ ਗਏ ਆ। ਠੀਕ ਹੈ ਬਈ, ਪੁਰਾਣ ਨੇ ਜਿਹੜੇ ਉਹ ਤਾਂ ਕਾਫੀ ਬਾਅਦ ਦੇ ਵਿੱਚ ਲਿਖੇ ਗਏ ਆ। ਭਾਗਵਤ ਪੁਰਾਣ ਹੋ ਗਿਆ, ਵਿਸ਼ਨੂੰ ਪੁਰਾਣ ਹੈ, ਸਾਰਿਆਂ ਦੇ ਵਿੱਚ ਇਹਨਾਂ ਦਾ ਜ਼ਿਕਰ ਵੀ ਆਉਂਦਾ ਹੈ ਤੇ ਇਹਨੂੰ ਨਾਰਾਇਣ ਦਾ ਅਵਤਾਰ ਵੀ ਕਿਹਾ ਗਿਆ। ਤਾਂ ਇਹ ਵੀ ਯਾਦ ਰੱਖ ਲੈਣਾ ਆਪਾਂ ਨੇ, ਨਾਰਾਇਣ ਦਾ ਅਵਤਾਰ ਕਿਹਨੂੰ ਕਿਹਾ ਗਿਆ ਭਾਗਵਤ ਪੁਰਾਣ ਤੇ ਵਿਸ਼ਨੂੰ ਪੁਰਾਣ ਦੇ ਵਿੱਚ। ਰਿਸ਼ਭਦੇਵ ਯਾਨੀ ਰਿਸ਼ਭਨਾਥ ਨੂੰ, ਜਿਹੜੇ ਪਹਿਲੇ ਤੀਰਥੰਕਾਰ ਨੇ। ਠੀਕ ਹੈ ਜੀ, ਪਹਿਲੇ ਗੁਰੂ ਸੀਗੇ। ਬਾਕੀ ਰਿਗਵੇਦ ਵਿੱਚ ਵੀ ਇਹਨਾਂ ਦਾ ਜ਼ਿਕਰ ਮਿਲਦਾ ਹੈ। ਤੇ ਇਸ ਤੋਂ ਇਲਾਵਾ ਇਹਨਾਂ ਤੋਂ ਇਲਾਵਾ ਇੱਕ ਤੀਰਥੰਕਾਰ ਹੋਰ ਸੀਗੇ ਅਰਿਸਤਾਨੇਮੀ, ਇਹਨਾਂ ਦਾ ਵੀ ਜ਼ਿਕਰ ਮਿਲਦਾ ਹੈ ਰਿਗਵੇਦ ਦੇ ਵਿੱਚ। ਠੀਕ ਹੈ ਨਾ, ਅਰਿਸਤਾਨੇਮੀ ਦਾ। ਕਲੀਅਰ ਹੈ ਬਾਈ, ਇੱਕ 2-3 ਪੁਆਇੰਟ ਨੇ ਇਹ, ਇਹਨਾਂ ਬਾਰੇ ਯਾਦ ਰੱਖਿਓ। ਬਾਕੀ ਇਸ ਤੋਂ ਬਾਅਦ ਫਿਰ ਦੂਜੇ ਤੀਰਥੰਕਾਰ, ਤੀਜੇ, ਇਹਦਾ ਕਾਫੀ ਹੋਏ ਨੇ। ਬਟ ਆਪਾਂ ਨੇ ਯਾਦ ਕਿਹੜਾ ਰੱਖਣਾ, ਇੱਕ ਤਾਂ ਪਹਿਲਾਂ ਰੱਖਿਆ ਯਾਦ ਆਪਾਂ ਨੇ, ਉਸ ਤੋਂ ਬਾਅਦ ਆਪਾਂ ਨੇ ਡਾਇਰੈਕਟ 23ਵਾਂ ਯਾਦ ਰੱਖਣਾ, ਤੇ 23ਵੇਂ ਤੋਂ ਬਾਅਦ 24ਵਾਂ। ਠੀਕ ਹੈ ਜੀ, ਤਾਂ 23ਵਾਂ ਕੌਣ ਸੀਗੇ ਬਾਈ, 23ਵੇਂ ਸੀਗੇ ਪਾਰਸ਼ਵਨਾਥ। ਪਾਰਸ਼ਵਨਾਥ ਇਹ ਬਨਾਰਸ ਦੇ ਰਾਜਕੁਮਾਰ ਸਨ। ਠੀਕ ਹੈ ਨਾ। ਅੱਛਾ, ਇੱਕ ਗੱਲ ਹੋਰ ਹੈ, ਇਹ ਜਿੰਨੇ ਵੀ ਤੀਰਥੰਕਾਰ ਹੋਏ ਨੇ 24 ਦੇ 24 ਕੌਣ ਸੀਗੇ, 24 ਦੇ 24 ਛਤਰੀਏ ਸੀਗੇ ਬਾਈ। ਠੀਕ ਹੈ ਨਾ, 24 ਦੇ 24 ਛਤਰੀਏ ਸੀਗੇ। ਈਵਨ ਜੇ ਆਪਾਂ ਬੁੱਧ ਧਰਮ ਦੀ ਵੀ ਗੱਲ ਕਰੀਏ, ਜੈਨ ਧਰਮ ਤੇ ਬੁੱਧ ਧਰਮ ਦੋਹਾਂ ਦੇ ਸੰਸਥਾਪਕ ਕੌਣ ਸੀਗੇ, ਛਤਰੀਏ ਸੀਗੇ। ਕਿਉਂਕਿ ਉਸ ਟਾਈਮ ਦਾ ਜਿਹੜਾ ਬਰਡਨ ਸੀਗਾ ਨਾ ਵੈਦਿਕ ਧਰਮ ਦਾ, ਉਹ ਸਭ ਤੋਂ ਜ਼ਿਆਦਾ ਛਤਰੀਆਂ ਦੇ ਉੱਤੇ ਸੀਗਾ। ਠੀਕ ਹੈ ਨਾ, ਕਿਉਂਕਿ ਦੇਖੋ ਸ਼ੂਦਰਾਂ ਤੇ ਵੀ ਸੀ ਵੈਸੇ ਤਾਂ, ਮਤਲਬ ਵੈਸ਼ਯ ਤੇ ਵੀ ਸੀਗਾ ਤੇ ਛਤਰੀਆਂ ਤੇ ਵੀ ਸੀਗਾ, ਬਟ ਜ਼ਿਆਦਾ ਇੱਕ ਤਰ੍ਹਾਂ ਤੋਂ ਛਤਰੀਆਂ ਦੇ ਉੱਤੇ ਵੀ ਸੀਗਾ। ਕਿੱਦਾਂ, ਦੇਖੋ ਛਤਰੀਏ ਆਪਣੀ ਰੈਪੂਟੇਸ਼ਨ ਕਰਕੇ ਹਨਾ, ਕਿਉਂਕਿ ਬ੍ਰਾਹਮਣਾਂ ਨੇ ਕੀ ਕਹਿਤਾ ਵੀ ਸਭ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਕਿਹਦੇ ਕੋਲ ਹੈ, ਛਤਰੀਆਂ ਕੋਲ ਹੈ। ਠੀਕ ਹੈ ਨਾ, ਹੁਣ ਛਤਰੀਏ ਕੀ ਹੈ, ਆਪਣੀ ਰੈਪੂਟੇਸ਼ਨ ਕਰਕੇ, ਕਿਉਂਕਿ ਉਹਨਾਂ ਕੋਲ ਜ਼ਿੰਮੇਵਾਰੀ ਆ ਗਈ ਨਾ ਸਾਰਿਆਂ ਦੀ ਰੱਖਿਆ ਕਰਨ ਦੀ, ਆਪਣੀ ਉਹ ਕਰਕੇ ਤਾਂ ਮਤਲਬ ਉਹਨਾਂ ਨੂੰ ਕਹਿਤਾ ਵੀ ਯੱਗ ਕਰੋ ਹਨਾ, ਹੋਰ ਪਾਵਰਫੁਲ ਹੋਵੋਗੇ ਤੁਸੀਂ। ਠੀਕ ਹੈ ਨਾ, ਸਮਰਾਜ ਤੁਹਾਡਾ ਕੀ ਹੈ ਵਧੀਆ ਬਣੂਗਾ ਜਾਂ ਫੈਲੇਗਾ, ਇਦਾਂ ਕਰਕੇ ਹਨਾ। ਤਾਂ ਯੱਗ ਕਰਾਣੇ ਆ, ਉਹ ਸਾਰਾ ਕੁਝ ਕੀ ਹੈ, ਉਸ ਟਾਈਮ ਦੇ ਯੱਗਾਂ ਦੇ ਖਰਚਾ ਆਉਂਦਾ ਸੀਗਾ ਬਹੁਤ ਜ਼ਿਆਦਾ। ਠੀਕ ਹੈ ਨਾ, ਕਾਫੀ ਜਿਹੜੀ ਬਲੀਆਂ ਸੀ ਉਹ ਦੇਣੀ ਪੈਂਦੀ ਸੀ ਹਨਾ। ਤਾਂ ਫਿਰ ਉਹ ਸਾਰਾ ਪੈਸਾ ਕਿੱਥੋਂ ਜਾਊਗਾ, ਖਜ਼ਾਨੇ ਚੋਂ। ਤੇ ਖਜ਼ਾਨੇ 'ਚ ਪੈਸਾ ਕਿੱਥੋਂ ਆਊਗਾ, ਟੈਕਸ ਤੋਂ। ਠੀਕ ਹੈ ਨਾ, ਟੈਕਸ ਕਿਹਦੇ ਤੋਂ ਲਈ ਜਾਏਗਾ, ਟੈਕਸ ਸ਼ੂਦਰਾਂ ਕੋਲ ਤਾਂ ਟੈਕਸ ਲਿਆ ਹੀ ਨਹੀਂ ਜਾਣਾ, ਕਿਉਂਕਿ ਸ਼ੂਦਰਾਂ ਨੂੰ ਤਾਂ ਪਹਿਲਾਂ ਹੀ ਨਕਾਰਿਆ ਹੋਇਆ ਸਾਰਿਆਂ ਨੇ ਹਨਾ। ਟੈਕਸ ਸਾਰਾ ਵੈਸ਼ਯ ਤੋਂ, ਜਾਂ ਫਿਰ ਰਾਜਾ ਕੀ ਕਰੂਗਾ, ਦੂਜੇ ਰਾਜੇ ਤੇ ਅਟੈਕ ਕਰੂਗਾ, ਇਹ ਸਾਰਾ ਕੁਝ ਹੋਊਗਾ ਹਨਾ। ਤਾਂ ਮਤਲਬ ਛਤਰੀਏ ਨੂੰ ਆਪਣੀ ਜਿਹੜੀ ਰੈਪੂਟੇਸ਼ਨ ਆ ਉਹ ਬਣਾਉਣ ਕਰਕੇ ਇਹ ਸਾਰਾ ਕੁਝ ਕਰਨਾ ਪੈ ਰਿਹਾ ਸੀ। ਠੀਕ ਹੈ ਨਾ, ਹੁਣ ਕੀ ਹੈ, ਜੇ ਉਹ ਇਹ ਸਾਰਾ ਕੁਝ ਨਾ ਕਰਨ ਤਾਂ ਉਹਨੂੰ ਕਹਿ ਦਿਆ ਜਾਊਗਾ ਕਿ ਇਹ ਤਾਂ ਛਤਰੀਏ ਹੈਗੇ ਹੀ ਨਹੀਂ ਹਨਾ।
ਤਾਂ ਉਹ ਵੀ ਸਾਰਾ ਕੁਝ ਹੈ ਹਨਾ। ਤਾਂ ਫਿਰ ਕੀ ਹੈ, ਇਹ ਜਿਹੜੇ ਜਿਹੜੇ ਰਿਲੀਜਨ ਨੇ ਨਾ, ਇਹ ਸਾਰੇ ਛਤਰੀਆਂ ਤੋਂ ਹੀ ਸ਼ੁਰੂ ਹੋਏ ਨੇ, ਠੀਕ ਹੈ। ਤਾਂ ਪਾਰਸ਼ਵਨਾਥ ਇਹ ਕੌਣ ਸੀਗਾ ਵੀ ਬਨਾਰਸ ਦੇ ਰਾਜਕੁਮਾਰ ਸਨ, ਠੀਕ ਹੈ ਨਾ। ਬਟ ਇਹਨਾਂ ਦਾ ਇਹ ਜਿਹੜਾ ਰਾਜਪਾਠ ਵਾਲਾ ਹਨਾ ਕੰਮ ਹੈ ਸਾਰਾ, ਇਹਦੇ ਚ ਕੋਈ ਮਨ ਨਹੀਂ ਲੱਗਦਾ, ਤਾਂ ਇਹ ਕੀ ਕਰਦੇ ਆ, ਸੰਨਿਆਸੀ ਬਣਨ ਦਾ ਫੈਸਲਾ ਲੈਂਦੇ ਆ ਨਾ, ਸੰਨਿਆਸੀ ਬਣ ਜਾਂਦੇ ਆ, ਠੀਕ ਹੈ ਜੀ, ਜਿਹੜੇ ਪਾਰਸ਼ਵਨਾਥ ਨੇ, ਠੀਕ ਹੈ। ਤੇ ਇਹ 4 ਸਿੱਖਿਆਵਾਂ ਇਹਨਾਂ ਨੇ ਦਈਆਂ ਨੇ, ਅਹਿੰਸਾ, ਸਤਿਆ, ਅਸਤਿਆ ਜਾਂ ਅਪਰਿਗ੍ਰਹਿ। ਇਹ 4 ਸਿੱਖਿਆਵਾਂ ਨੇ ਇਹਨਾਂ ਦੀ, ਠੀਕ ਹੈ ਜੀ। ਕੌਣ ਕੌਣ ਸੀ? ਅਹਿੰਸਾ, ਸਤਿਆ, ਅਸਤਿਆ ਜਾਂ ਅਪਰਿਗ੍ਰਹਿ, ਠੀਕ ਹੈ ਜੀ। ਅਹਿੰਸਾ ਤਾਂ ਤੁਹਾਨੂੰ ਪਤਾ ਹੀ ਹੈ, ਲੜਾਈ ਝਗੜਾ ਨਾ ਕਰਨਾ, ਹਨਾ, ਠੀਕ ਹੈ ਜੀ। ਸਤਿਆ ਮਤਲਬ ਸਦਾ ਸੱਚ ਬੋਲਣਾ, ਤੇ ਅਸਤਿਆ ਮਤਲਬ ਕੋਈ ਚੋਰੀ ਠੱਗੀ ਐਦਾਂ ਨਾ ਕਰਨਾ, ਠੀਕ ਹੈ ਨਾ। ਤੇ ਅਪਰਿਗ੍ਰਹਿ ਮਤਲਬ ਕਿਸੇ ਤਰ੍ਹਾਂ ਦੀ ਕੋਈ ਲਾਲਸਾ ਨਾ ਰੱਖਣਾ ਆਪਣੇ ਮਨ ਦੇ ਵਿੱਚ, ਹਨਾ, ਕਿਸੇ ਤਰ੍ਹਾਂ ਦੀ ਕੋਈ ਲਾਲਸਾ, ਕਿਸੇ ਚੀਜ਼ ਨੂੰ ਪਾਉਣ ਦੀ ਕੋਈ ਲਾਲਸਾ ਹੈ ਜਿਹੜੀ ਉਹ ਨਹੀਂ ਰੱਖਣੀ, ਹੈ ਨਾ, ਜਾਂ ਕਿਸੇ ਤਰ੍ਹਾਂ ਦੀ ਕੋਈ ਸੰਪत्ति ਨਹੀਂ ਰੱਖਣੀ। ਤਾਂ ਇਹ 4 ਸਿੱਖਿਆਵਾਂ ਉਹ ਦਿੰਦੇ ਆ, ਇਹ ਯਾਦ ਰੱਖਣੀ ਆਪਾਂ ਨੇ, ਠੀਕ ਹੈ ਨਾ। ਬਾਕੀ ਇਹਨਾਂ ਬਾਰੇ ਇਹੀ ਆ, ਇਹਨਾਂ ਦੀ ਜਿਹੜੀ ਮ੍ਰਿਤੂ ਹੈ ਉਹ ਕਿੱਥੇ ਹੁੰਦੀ ਹੈ? ਝਾਰਖੰਡ ਦੇ ਗਿਰੀਡੇਹ ਦੇ ਵਿੱਚ ਇੱਕ ਪਰਵਤ ਹੈ, ਸਾਮੇਤ ਪਰਵਤ, ਉੱਥੇ ਇਹਨਾਂ ਦੀ ਮ੍ਰਿਤੂ ਹੈ ਜਿਹੜੀ ਉਹ ਹੋ ਜਾਂਦੀ ਹੈ। ਅੱਜ ਕੱਲ੍ਹ ਇਸ ਪਹਾੜੀ ਨੂੰ ਕੀ ਕਿਹਾ ਜਾਂਦਾ ਹੈ? ਪਾਰਸ਼ਵਨਾਥ ਦੀ ਪਹਾੜੀ ਜਾਂ ਪਾਰਸ਼ਵਨਾਥ ਹਿੱਲ ਹੈ ਜਿਹੜੀ ਉਹ ਕਿਹਾ ਜਾਂਦਾ ਹੈ ਬਾਈ, ਠੀਕ ਹੈ ਜੀ। ਤਾਂ ਇਹ ਸੀਗੇ ਪਾਰਸ਼ਵਨਾਥ, ਬਾਕੀ ਇਹਨਾਂ ਬਾਰੇ ਇਹੀ ਪੁਆਇੰਟ ਯਾਦ ਰੱਖਿਓ, ਠੀਕ ਹੈ ਜੀ, ਕਲੀਅਰ ਹੈ। ਨੈਕਸਟ ਆਉਂਦੇ ਆ ਵੀ ਸਭ ਤੋਂ ਮੇਨ ਜਿਹੜੇ ਇਹਨਾਂ ਦੇ ਤੀਰਥੰਕਰ ਨੇ, 24ਵੇਂ ਤੀਰਥੰਕਰ ਮਹਾਵੀਰ, ਠੀਕ ਹੈ ਨੇ, ਇਹ ਸਭ ਤੋਂ ਮੇਨ ਨੇ ਜੈਨ ਧਰਮ ਦੇ ਵਿੱਚ, ਠੀਕ ਹੈ, ਕਿਉਂਕਿ ਸਭ ਤੋਂ ਜ਼ਿਆਦਾ ਫੇਮਸ ਵੀ ਜੈਨ ਧਰਮ ਨੂੰ ਕਿਹਨੇ ਕਰਿਆ? ਮਹਾਵੀਰ ਨੇ ਕਰਿਆ, ਠੀਕ ਹੈ ਨਾ। ਤੈਨੂੰ ਭਗਵਾਨ ਮਹਾਵੀਰ ਵੀ ਕਿਹਾ ਜਾਂਦਾ ਹੈ, ਤੇ ਇਹਨਾਂ ਦਾ ਜਿਹੜਾ ਰੀਅਲ ਨੇਮ ਸੀਗਾ ਉਹ ਸੀਗਾ ਵੀ ਵਰਦਨ ਮਹਾਵੀਰ, ਠੀਕ ਹੈ ਜੀ। ਬਾਕੀ ਇਹ ਕੁਝ ਫੈਕਟ ਨੇ ਇਹਨਾਂ ਬਾਰੇ, ਇਹਨਾਂ ਦਾ ਜਨਮ ਕਦੋਂ ਹੋਇਆ, ਕਿੱਥੇ ਹੋਇਆ, ਇਹ ਸਾਰਾ ਕੁਝ ਪੁੱਛਿਆ ਜਾਂਦਾ ਪੇਪਰਾਂ ਦੇ ਵਿੱਚ, ਹੈ ਨਾ। ਤਾਂ ਇੱਕ ਵਾਰ ਦੇਖ ਲਓ, ਜਨਮ ਇਹਨਾਂ ਦਾ 540 ਈਸਾ ਪੂਰਵ ਦੇ ਵਿੱਚ ਹੋਇਆ। ਕਿੱਥੇ ਹੋਇਆ? ਬਿਹਾਰ ਦੇ ਵਿੱਚ ਜਿਹੜਾ ਵੈਸ਼ਾਲੀ ਆ, ਉੱਥੇ ਕੁੰਦਨਗ੍ਰਾਮ ਦੇ ਵਿੱਚ, ਹੈ ਨਾ, ਬਿਹਾਰ ਦੇ ਵੈਸ਼ਾਲੀ ਦੇ ਕੁੰਦਨਗ੍ਰਾਮ ਦੇ ਵਿੱਚ ਹੋਇਆ। ਪਿਤਾ ਦਾ ਨਾਮ ਸੀਗਾ ਇਹਨਾਂ ਦੇ ਬਈ ਸਿਧਾਰਥ, ਠੀਕ ਹੈ, ਪਿਤਾ ਦਾ ਨਾਮ ਕੀ ਸੀ? ਸਿਧਾਰਥ। ਤੇ ਇਹ ਵੀ ਛਤਰੀਏ ਸੀਗੇ ਬਈ, ਕਿਹੜੇ ਵੰਸ਼ ਦੇ? ਜੰਤਰਿਕਾ ਵੰਸ਼ ਦੇ, ਜੰਤਰਿਕਾ ਵੰਸ਼ ਦੇ ਇਹ ਛਤਰੀਏ ਸੀਗੇ, ਠੀਕ ਹੈ। ਤੇ ਮਾਤਾ ਦਾ ਨਾਮ ਸੀਗਾ ਤ੍ਰਿਸ਼ਲਾ, ਮਾਤਾ ਦਾ ਨਾਮ ਕੀ ਸੀ? ਤ੍ਰਿਸ਼ਲਾ। ਤੇ ਤ੍ਰਿਸ਼ਲਾ ਕੌਣ ਸੀ? ਲਿਛਵੀ ਵੰਸ਼ ਦਾ ਜਿਹੜਾ ਰਾਜਾ ਸੀਗਾ ਚੇਟਕ, ਉਹਨਾਂ ਦੀ ਭੈਣ ਸੀਗੀ ਇਹ, ਠੀਕ ਹੈ ਨਾ, ਉਹਨਾਂ ਦੀ ਭੈਣ ਸੀ। ਤੇ ਪਤੀ ਦਾ ਨਾਮ, ਪਤਨੀ ਦਾ ਨਾਮ ਕੀ ਸੀ ਇਹਨਾਂ ਦੀ? ਯਸ਼ੋਦਾ। ਤੇ ਪੁੱਤਰੀ ਦਾ ਨਾਮ ਸੀਗਾ ਅਨੂਜਾ ਪ੍ਰਿਯਦਰਸ਼ਨੀ ਜਾਂ ਅਨੰਜਾ ਪ੍ਰਿਯਦਰਸ਼ਨੀ, ਹੈ ਨਾ। ਕਿਥੇ ਅਨੂਜਾ ਲਿਖਿਆ ਮਿਲਦਾ ਤੇ ਕਿਥੇ ਅਨੰਜਾ, ਹੈ ਨਾ, ਇਹ ਯਾਦ ਰੱਖਣਾ ਆਪਾਂ ਨੇ, ਅਨੰਜਾ ਪ੍ਰਿਯਦਰਸ਼ਨੀ। ਤੇ ਅਨੰਜਾ ਪ੍ਰਿਯਦਰਸ਼ਨੀ ਦੇ ਪਤੀ ਦਾ ਨਾਮ ਸੀਗਾ ਜਾਮਲੀ, ਠੀਕ ਹੈ ਨਾ। ਤੇ ਇਹ ਜਿਹੜਾ ਜਾਮਲੀ ਸੀ, ਯਾਨੀ ਜਿਹੜੇ ਮਹਾਵੀਰ ਸੀਗੇ ਉਹਨਾਂ ਦਾ ਦਾਮਾਦ ਸੀਗਾ ਜਾਮਲੀ, ਤੇ ਜਾਮਲੀ ਹੀ ਪਹਿਲਾ ਸ਼ਿਸ਼ਯ ਬਣਿਆ ਸੀਗਾ, ਪਹਿਲਾ ਚੇਲਾ ਬਣਿਆ ਸੀਗਾ ਮਹਾਵੀਰ ਦਾ, ਠੀਕ ਹੈ ਨਾ। ਇਹ ਕੁਝ ਫੈਕਟ ਨੇ ਜਿਹੜੇ ਯਾਦ ਰੱਖਣੇ ਆ, ਕਿਸੇ ਵੀ ਪੇਪਰ 'ਚ ਆ ਜਾਂਦੇ ਆ, ਹੈ ਨਾ, ਬੇਸਿਕ ਜੇ ਨੇ। ਤਾਂ ਇਹਨਾਂ ਦਾ ਜਨਮ ਵੀ ਇੱਕ ਰਾਜ ਪਰਿਵਾਰ ਦੇ ਵਿੱਚ ਹੋਇਆ ਬਾਈ, ਠੀਕ ਹੈ। ਤੇ ਰਾਜ ਪਰਿਵਾਰ ਦੇ ਵਿੱਚ ਜਨਮ ਹੋਇਆ, ਬਟ ਇਹਨਾਂ ਦਾ ਵੀ ਕੀ ਹਿਸਾਬ ਸੀ? ਇਹਨਾਂ ਦਾ ਵੀ ਮਨ ਹੈ ਜਿਹੜਾ ਉਹ ਮਤਲਬ ਨਹੀਂ ਲੱਗਦਾ ਸੀਗਾ, ਹੈ ਨਾ, ਰਾਜਪਾਠ ਦੇ ਵਿੱਚ। ਤਾਂ ਇਹਨਾਂ ਨੇ ਵੀ ਸੰਨਿਆਸੀ ਬਣਨ ਦਾ ਫੈਸਲਾ ਲਿਆ। ਕਦੋਂ? ਜਦੋਂ ਇਹਨਾਂ ਦੇ ਪਿਤਾ ਦੀ ਮ੍ਰਿਤੂ ਹੋ ਜਾਂਦੀ ਹੈ ਨਾ। ਪਿਤਾ ਦੀ ਮ੍ਰਿਤੂ ਤੋਂ ਬਾਅਦ ਇਹਨਾਂ ਦਾ ਭਾਈ ਹੈ ਜਿਹੜਾ ਨੰਦੀਵਰਧਨ, ਉਹ ਰਾਜਾ ਬਣਦਾ। ਤੇ ਇਹ ਕੀ ਕਰਦੇ ਆ? ਨੰਦੀਵਰਧਨ ਤੋਂ ਆਗਿਆ ਲੈ ਕੇ ਆਪਣਾ ਜਿਹੜਾ ਘਰ-ਬਾਰ ਹੈ ਉਹਨੂੰ ਸਾਰੇ ਨੂੰ ਛੱਡ ਦਿੰਦੇ ਆ, ਠੀਕ ਹੈ ਨਾ, ਉਹਨੂੰ ਛੱਡ ਦਿੰਦੇ ਆ ਸਾਰੇ ਘਰ-ਬਾਰ ਨੂੰ। ਤੇ ਫਿਰ ਕੀ ਹੈ, ਇਹ ਵੀ ਮਤਲਬ ਤੁਸੀਂ ਕਹਿ ਲਓ ਪਰਮਾਤਮਾ ਦੀ ਭਾਲ ਦੇ ਵਿੱਚ ਜਾਂ ਸੱਚ ਦੀ ਭਾਲ ਦੇ ਵਿੱਚ, ਹਨਾ, ਇਹ ਇੱਧਰ ਉੱਧਰ ਘੁੰਮਦੇ ਆ, ਹਨਾ। ਤਾਂ ਦੇਖ ਲਓ ਇਹ ਪੁਆਇੰਟ ਨੇ। ਇਹ ਵੱਡੇ ਭਾਈ ਨੰਦੀਵਰਧਨ ਦੀ ਇਜਾਜ਼ਤ ਲੈ ਕੇ 30 ਸਾਲ ਦੀ ਉਮਰ ਵਿੱਚ ਇਹਨਾਂ ਨੇ ਘਰ-ਬਾਰ ਨੂੰ ਛੱਡਦਾ, ਹਨਾ। ਤਾਂ ਇਹਨਾਂ ਨੂੰ ਫਿਰ ਕੀ ਹੈ, ਘਰ-ਬਾਰ ਜਦੋਂ ਇਹ ਛੱਡ ਦਿੰਦੇ ਆ, ਸਭ ਤੋਂ ਪਹਿਲਾਂ ਇਹਨਾਂ ਨੂੰ ਇੱਕ ਬੰਦਾ ਮਿਲਦਾ ਬਈ, ਜਿਹਦਾ ਨਾਂ ਹੈ ਜਿਹਦਾ ਮਖਾਲੀ ਗੋਸਲਾ, ਹਨਾ। ਇੰਪੋਰਟੈਂਟ ਹੈ, ਯਾਦ ਰੱਖਣਾ। ਕਾਫੀ ਟਾਈਮ ਇਹ ਇਹਨਾਂ ਦੇ ਨਾਲ ਰਹਿੰਦੇ ਆ, ਠੀਕ ਹੈ ਜੀ। ਬਾਅਦ ਦੇ ਵਿੱਚ ਜਦੋਂ ਇਹਨਾਂ ਦੇ ਵਿਚਾਰ ਹੈ ਜਿਹੜੇ ਉਹ ਨਹੀਂ ਮਿਲਦੇ ਆਪਸ ਦੇ ਵਿੱਚ, ਹਨਾ, ਤਾਂ ਫਿਰ ਕੀ ਹੈ, ਮਕਾਲੀ ਗੋਸਾਲਾ ਇਹਨੂੰ ਛੱਡ ਕੇ ਆਪਣੇ ਇੱਕ ਅਲੱਗ ਤਰ੍ਹਾਂ ਦੀ ਸੰਪਰਦਾਇ ਜਿਹੜੀ ਉਹ ਬਣਾ ਦਿੰਦਾ, ਹਨਾ, ਆਜੀਵਿਕਾ। ਇਹ ਯਾਦ ਰੱਖਣਾ, ਇਹ ਡਾਇਰੈਕਟ ਕੁਐਸਚਨ ਆਉਂਦਾ ਪੇਪਰ ਦੇ ਵਿੱਚ। ਆਜੀਵਿਕਾ ਸੰਪਰਦਾਇ ਹੈ ਜਿਹੜੀ, ਆਜੀਵਿਕਾ ਸੰਪਰਦਾਇ ਹੈ ਜਾਂ ਆਜੀਵਿਕਾ ਪੰਥ ਹੈ, ਇਹਦਾ ਸੰਸਥਾਪਕ ਕੌਣ ਹੈ? ਮਕਾਲੀ ਗੋਸਾਲਾ, ਹਨਾ। ਸੰਪਰਦਾ ਜਾਂ ਪੰਥ ਕੀ ਹੁੰਦਾ ਹੈ, ਜਾਂ ਧਰਮ ਕੀ ਹੁੰਦਾ ਹੈ, ਹਨਾ। ਦੇਖੋ ਧਰਮ ਦੀ ਤਾਂ ਡੈਫੀਨੇਸ਼ਨ ਜੇ ਆਪਾਂ ਦੇਖੀਏ, ਲੱਖੋ ਡੈਫੀਨੇਸ਼ਨ ਨੇ ਧਰਮ ਦੀ, ਹਨਾ। ਉਹਨੂੰ ਆਪਾਂ ਐਕਸਪਲੇਨ ਹੀ ਨਹੀਂ ਕਰ ਸਕਦੇ ਕਿ ਧਰਮ ਹੁੰਦਾ ਕੀ ਹੈ। ਜੇ ਆਪਾਂ ਸਿੰਪਲ ਜੀ ਡੈਫੀਨੇਸ਼ਨ ਦੇਖੀਏ ਧਰਮ ਦੀ, ਤਾਂ ਇੱਕ ਤਰ੍ਹਾਂ ਦੀ ਫੋਲੋਵਿੰਗ ਹੈ, ਹਨਾ, ਕਿ ਕਿਸੇ ਵੀ ਇੱਕ ਆਈਡੀਓਲੋਜੀ ਨੂੰ, ਕਿਸੇ ਵੀ ਇੱਕ ਵਿਚਾਰ ਨੂੰ ਕੀ ਕਰ ਰਹੇ ਆ?
ਫੋਲੋ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਤੋਂ ਮਿਲ ਕੇ ਕੀ ਬਣਿਆ ਹੋਇਆ, ਧਰਮ ਬਣਿਆ ਹੋਇਆ ਹੈ ਨਾ, ਅਲੱਗ-ਅਲੱਗ ਵਿਚਾਰ ਨੇ। ਠੀਕ ਹੈ ਜੀ। ਤੇ ਸੰਪਰਦਾ ਜਾਂ ਪੰਥ ਕੀ ਹੁੰਦਾ ਹੈ? ਸੰਪਰਦਾ ਜਾਂ ਪੰਥ ਵੀ ਉਹੀ ਚੀਜ਼ ਹੈ, ਠੀਕ ਹੈ ਨਾ, ਸਿੰਪਲ ਭਾਸ਼ਾ ਦੇ ਵਿੱਚ ਸੰਪਰਦਾ ਜਾਂ ਪੰਥ ਵੀ ਉਹੀ ਚੀਜ਼ ਹੈ। ਇਹ ਵੀ ਇੱਕ ਤਰ੍ਹਾਂ ਦੀ ਇੱਕ ਆਈਡੀਓਲੋਜੀ ਹੈ, ਇੱਕ ਵਿਚਾਰਧਾਰਾ ਹੈ, ਤੇ ਉਸ ਵਿਚਾਰਧਾਰਾ ਨੂੰ ਜਿੰਨੇ ਵੀ ਲੋਕ ਫੋਲੋ ਕਰ ਰਹੇ ਉਹਨਾਂ ਦਾ ਇੱਕ ਆਪਣਾ ਅਲੱਗ ਸੰਪਰਦਾਇ ਹੋ ਗਿਆ, ਹਨਾ, ਠੀਕ ਹੈ ਨਾ। ਤਾਂ ਇਸ ਨੂੰ ਕੀ ਕਹਿੰਦੇ ਆ? ਸੰਪਰਦਾ ਕਹਿੰਦੇ ਆ। ਦੁਨੀਆ ਦੇ ਵਿੱਚ ਹਜ਼ਾਰੋਂ ਲੱਖੋਂ ਸੰਪਰਦਾ ਨੇ ਬਾਈ, ਠੀਕ ਹੈ ਨਾ। ਅੱਜ ਵੀ ਜੇ ਆਪਾਂ ਗੱਲ ਕਰੀਏ ਰੀਜਨ ਦਾ, ਜੇ ਆਪਾਂ ਇੰਡੀਆ 'ਚ ਦੇਖੀਏ ਰਿਲੀਜਨ ਤਾਂ ਉਹੀ 5-7 ਨੇ, ਠੀਕ ਹੈ ਜੀ, ਪਰ ਸੰਪਰਦਾ ਤਾਂ ਕਾਫੀ ਨੇ। ਸਭ ਦੇ ਆਪਣੇ ਆਪਣੇ ਵਿਚਾਰ ਹੈ, ਆਪਣੇ ਆਪਣੇ ਵਿਚਾਰਧਾਰਾ ਹੈ ਸਭ ਦੀ। ਕਿ ਮੇਨ ਕੀ ਹੈ? ਮੇਨ ਤਾਂ ਸਭ ਦਾ ਇਹੀ ਹੈ ਕਿ ਮੋਕਸ਼ ਦੀ ਪ੍ਰਾਪਤੀ, ਹੈ ਨਾ। ਜੇ ਆਪਾਂ ਸਾਰੇ ਧਰਮਾਂ ਨੂੰ ਦੇਖੀਏ, ਹਿੰਦੂ ਧਰਮ ਦੇ ਵਿੱਚ ਵੀ ਉਹੀ ਹੈ, ਮੋਕਸ਼ ਦੀ ਪ੍ਰਾਪਤੀ ਬਾਰੇ ਗੱਲ ਹੋ ਰਹੀ ਹੈ। ਬੁੱਧ 'ਚ ਵੀ, ਜੈਨ 'ਚ ਵੀ, ਤੇ ਸਿੱਖ ਧਰਮ ਜਿੰਨੇ ਵੀ ਧਰਮ ਨੇ, ਹੈ ਨਾ, ਉਹ ਸਾਰੇ ਮੋਕਸ਼ ਦੀ ਗੱਲ ਕਰਦੇ ਆ, ਠੀਕ ਹੈ ਨਾ। ਤਾਂ ਜੇ ਕੋਈ ਅੱਜ ਕੋਈ ਬੰਦਾ ਕਹਦੇ ਹੈ ਨਾ ਵੀ ਤੁਸੀਂ ਇਦਾਂ ਕਰੋ, ਇਹ ਵਾਲੇ ਕੰਮ ਕਰੋ, ਠੀਕ ਹੈ ਨਾ, ਤੇ ਇਹ ਕੰਮ ਕਰਨ ਤੋਂ ਬਾਅਦ ਤੁਹਾਨੂੰ ਮੋਕਸ਼ ਮਿਲ ਜੂਗਾ, ਤਾਂ ਉਹਦੀ ਇੱਕ ਆਪਣੀ ਵਿਚਾਰਧਾਰਾ ਹੋ ਗਈ। ਉਹਨੇ ਜਿੰਨੇ ਧਰਮ ਨੇ ਨਾ, ਜਿਹੜੇ ਪੁਰਾਣੇ ਧਰਮ ਹੋ ਗਏ ਜਿੰਨੇ ਸਾਰੇ, ਉਹਨਾਂ ਸਾਰਿਆਂ ਤੋਂ ਅਲੱਗ ਇੱਕ ਗੱਲ ਕਹਿਤੀ ਕਿ ਤੁਸੀਂ ਇਹ ਵਾਲਾ ਕੰਮ ਕਰੋ, ਤੁਹਾਨੂੰ ਮੋਕਸ਼ ਮਿਲ ਜੂਗਾ, ਪਰਮਾਤਮਾ ਮਿਲ ਜੂਗਾ, ਠੀਕ ਹੈ ਨਾ। ਤਾਂ ਜਿੰਨੇ ਵੀ ਲੋਕ ਉਹਦੀ ਗੱਲ ਤੋਂ ਐਗਰੀ ਕਰਨਗੇ, ਠੀਕ ਹੈ ਨਾ, ਉਹਨੂੰ ਫੋਲੋ ਕਰਨਗੇ, ਤਾਂ ਉਹ ਇੱਕ ਆਪਣੀ ਉਹਨਾਂ ਦੀ ਸੰਪਰਦਾ ਹੋ ਗਈ, ਇੱਕ ਅਲੱਗ ਰਾਸਤਾ ਹੋ ਗਿਆ ਉਹਦਾ, ਠੀਕ ਹੈ ਨਾ, ਇੱਕ ਅਲੱਗ ਪੰਥ ਹੋ ਗਿਆ ਉਹਦਾ, ਠੀਕ ਹੈ ਨਾ। ਜਿਵੇਂ ਅੱਜ ਆਪਣਾ ਮਤਲਬ ਇੰਡੀਆ ਦੇ ਵਿੱਚ ਰਿਲੀਜਨ ਤਾਂ 5-7 ਨੇ, ਪਰ ਤੁਸੀਂ ਦੇਖੋ ਵੀ ਡੇਰੇ ਕਿੰਨੇ ਨੇ, ਹੈ ਨਾ, ਡੇਰੇ ਕਾਫੀ ਨੇ, ਅਲੱਗ-ਅਲੱਗ, ਸਾਰਿਆਂ ਦੇ ਆਪਣੇ ਆਪਣੇ ਵਿਚਾਰ ਹੈ, ਸਾਰੇ ਆਪਣੇ ਆਪਣੀ ਥਿਉਰੀਆਂ ਤੇ ਚੱਲੇ ਹੋਏ ਆ, ਆਪਣੇ ਆਪਣੇ ਸਿਧਾਂਤਾਂ ਤੇ ਚੱਲੇ ਹੋਏ ਆ। ਉਹਨਾਂ ਦੇ ਅਨੁਸਾਰ ਜਿਹੜਾ ਪਰਮਾਤਮਾ ਹੈ ਉਹ ਇਦਾਂ ਮਿਲੂਗਾ, ਕਿਸੇ ਦੇ ਅਨੁਸਾਰ ਪਰਮਾਤਮਾ ਜਿਹੜਾ ਉਹ ਇਦਾਂ ਮਿਲੂਗਾ, ਹੈ ਨਾ। ਤਾਂ ਉਹ ਵੀ ਸਾਰੇ ਇੱਕ ਤਰ੍ਹਾਂ ਦੇ ਕੀ ਨੇ? ਸੰਪਰਦਾ ਨੇ, ਇੱਕ ਤਰ੍ਹਾਂ ਦੇ ਪੰਥ ਨੇ, ਠੀਕ ਹੈ ਜੀ, ਸਹੀ ਹੈ ਨਾ। ਆਪਾਂ ਨੇ ਗਲਤ ਕਿਸੇ ਨੂੰ ਕੀ ਕਹਿਣਾ, ਤਾਂ ਸਾਰਿਆਂ ਦੇ ਆਪਣੇ ਰਸਤੇ ਨੇ ਬਈ, ਠੀਕ ਹੈ ਨਾ। ਤਾਂ ਉਹੀ ਇੱਕ ਤਰ੍ਹਾਂ ਦੀ ਸੰਪਰਦਾ ਜਾਂ ਪੰਥ ਹੁੰਦੀ ਹੈ। ਤਾਂ ਮਖਾਲੀ ਗੋਸਾਲੇ ਨੇ ਕੀ ਹੈ ਫਿਰ ਆਪਣੀ ਇੱਕ ਅਲੱਗ ਬਣਾਈ ਹੈ, ਕੀ ਨਾਮ ਉਹਦਾ? ਆਜੀਵਿਕਾ। ਇਹ ਪੇਪਰ ਦੇ ਵਿੱਚ ਬਈ ਡਾਇਰੈਕਟ ਕੁਐਸਚਨ ਆਉਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਫਿਰ ਕੀ ਹੈ? ਮਹਾਵੀਰ ਕਾਫੀ ਟਾਈਮ ਮਤਲਬ ਇੱਧਰ ਉੱਧਰ ਘੁੰਮਦੇ ਆ, ਹਨਾ। ਤਾਂ 42 ਸਾਲ ਦੀ ਉਮਰ ਵਿੱਚ, ਯਾਨੀ ਘਰ ਛੱਡਣ ਤੋਂ 12 ਸਾਲ ਬਾਅਦ, 30 ਸਾਲ ਦੀ ਉਮਰ ਵਿੱਚ ਇਹਨਾਂ ਨੇ ਘਰ ਛੱਡਤਾ ਸੀ। 12 ਸਾਲ ਬਾਅਦ ਕੀ ਹੈ? ਉਹ ਇੱਕ ਜੰਬਿਕਾ ਗ੍ਰਾਮ ਦੇ ਵਿੱਚ, ਠੀਕ ਹੈ ਨਾ, ਜੰਬਿਕਾ ਗ੍ਰਾਮ ਦੇ ਵਿੱਚ ਰਿਜੂਪਾਲਿਕਾ ਨਦੀ ਦੇ ਕਿਨਾਰੇ ਸਾਲ ਦੇ ਪੇੜ ਦੇ ਹੇਠਾਂ ਬੈਠਦੇ ਆ, ਤੇ ਉੱਥੇ ਉਹਨਾਂ ਨੂੰ ਕੀ ਹੈ ਮਤਲਬ ਮੈਡੀਟੇਸ਼ਨ ਕਰਦੇ ਆ, ਤੇ ਮੈਡੀਟੇਸ਼ਨ ਕਰਦੇ ਹੋਏ ਉਹਨਾਂ ਨੂੰ ਫਿਰ ਕੀ ਹੈ? ਗਿਆਨ ਦੀ ਜਿਹੜੀ ਪ੍ਰਾਪਤੀ ਉਹ ਹੁੰਦੀ ਹੈ, ਠੀਕ ਹੈ ਨਾ। ਕਿੱਥੇ? ਜੰਬਿਕਾ ਗ੍ਰਾਮ ਦੇ ਵਿੱਚ। ਜੰਬਿਕਾ ਗ੍ਰਾਮ ਦੇ ਵਿੱਚ ਨਦੀ ਕਿਹੜੀ ਹੈ? ਰਿਜੂਪਾਲਿਕਾ ਨਦੀ। ਰਿਜੂਪਾਲਿਕਾ ਨਦੀ ਦੇ ਕਿਨਾਰੇ ਸਾਲ ਦਾ ਜਿਹੜਾ ਪੇੜ ਹੈ ਉਹਦੇ ਥੱਲੇ ਉਹ ਬੈਠਦੇ ਆ ਤੇ ਮੈਡੀਟੇਸ਼ਨ ਕਰਦੇ ਆ, ਤੇ ਫਿਰ ਉੱਥੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤੇ ਇਹਨੂੰ ਜੈਨ ਧਰਮ ਦੀ ਲੈਂਗੁਏਜ ਦੇ ਵਿੱਚ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਕੈਵਲਿਆ ਦੀ ਪ੍ਰਾਪਤੀ ਹੋਈ ਹੈ। ਕਾਹਦੀ ਪ੍ਰਾਪਤੀ ਹੋਈ ਹੈ? ਕੈਵਲਿਆ ਦੀ ਪ੍ਰਾਪਤੀ, ਠੀਕ ਹੈ ਨਾ। ਕੈਵਲਿਆ ਵਰਡ ਦਾ ਮਤਲਬ ਕੀ ਹੈ? ਜਿਹੜਾ ਸੁਪਰੀਮ ਨੌਲੇਜ ਹੈ, ਹਨਾ, ਬ੍ਰਹਮ ਗਿਆਨ ਜਿਹਨੂੰ ਆਪਾਂ ਕਹਿੰਦੇ ਆ, ਉਹਦੀ ਪ੍ਰਾਪਤੀ ਉਹਨਾਂ ਨੂੰ ਹੋਈ ਹੈ, ਠੀਕ ਹੈ ਨਾ। ਤਾਂ ਇਹ ਕੁਐਸਚਨ ਆ ਜਾਂਦਾ ਹੈ ਬਈ ਕਿ ਜਿਹੜੇ ਭਗਵਾਨ ਮਹਾਵੀਰ ਨੇ, ਹਨਾ, ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਜਾਂ ਕੈਵਲਿਆ ਦੀ ਪ੍ਰਾਪਤੀ ਕਿੱਥੇ ਹੋਈ ਹੈ? ਤਾਂ ਇਹ ਆਪਾਂ ਨੇ ਯਾਦ ਰੱਖਣਾ, ਜੰਬਿਕਾ ਗ੍ਰਾਮ ਦੇ ਵਿੱਚ ਹੋਈ ਹੈ, ਰਿਜੂਪਾਲਿਕਾ ਨਦੀ ਦੇ ਕਿਨਾਰੇ ਸਾਲ ਦੇ ਪੇੜ ਦੇ ਹੇਠਾਂ, ਠੀਕ ਹੈ ਨਾ। ਤੇ ਜਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਤੋਂ ਬਾਅਦ ਫਿਰ ਕੀ ਹੈ? ਉਹਨਾਂ ਨੂੰ ਕਈ ਹੋਰ ਨਾਵਾਂ ਤੋਂ ਜਾਣਿਆ ਜਾਂਦਾ, ਜਿਵੇਂ ਕੈਵਲੀਨ, ਜਿਨ, ਜਿਤੇਂਦਰ, ਅਰਿਹੰਤ, ਨਿਰਗ੍ਰੰਥ। ਤਾਂ ਇਹ ਸਾਰੇ ਕਿਹਦੇ ਨਾਮ ਨੇ? ਇਹ ਸਾਰੇ ਭਗਵਾਨ ਮਹਾਵੀਰ ਦੇ ਨਾਮ ਨੇ। ਕਿਹੜੇ ਕਿਹੜੇ? ਕੈਵਲੀਨ ਹੋ ਗਿਆ, ਜਿਨ ਹੋ ਗਿਆ, ਜਿਤੇਂਦਰ ਹੋ ਗਿਆ, ਅਰਿਹੰਤ ਤੇ ਨਿਰਗ੍ਰੰਥ, ਠੀਕ ਹੈ ਜੀ। ਤਾਂ ਇਹ ਕਈ ਵਾਰ ਕੁਐਸਚਨ ਆ ਜਾਂਦਾ ਹੈ ਕਿ ਅਰਿਹੰਤ ਦੇ ਨਾਂ ਤੋਂ ਕਿਹਨੂੰ ਜਾਣਿਆ ਜਾਂਦਾ ਹੈ, ਨਿਰਗ੍ਰੰਥ ਦੇ ਨਾਂ ਤੋਂ ਕਿਹਨੂੰ ਜਾਣਿਆ ਜਾਂਦਾ ਹੈ, ਜਾਂ ਕੈਵਲੀਨ ਦੇ ਨਾਂ ਤੋਂ ਕਿਹਨੂੰ ਜਾਣਿਆ ਜਾਂਦਾ, ਠੀਕ ਹੈ ਨਾ। ਤੇ ਕਈ ਵਾਰ ਇਹਨਾਂ ਦੇ ਮਤਲਬ ਵੀ ਪੁੱਛ ਲਏ ਜਾਂਦੇ ਆ, ਜਿਵੇਂ ਇੱਕ ਪੇਪਰ ਦੇ ਵਿੱਚ ਮੈਂ ਦੇਖਿਆ ਸੀਗਾ ਕਿ ਜਿਤੇਂਦਰ ਸ਼ਬਦ ਦਾ ਕੀ ਮਤਲਬ ਹੈ। ਤਾਂ ਜਿਤੇਂਦਰ ਦਾ ਮਤਲਬ ਹੈ ਵੀ ਜਿਹਨੇ ਆਪਣੀ ਇੰਦਰੀਆਂ ਨੂੰ ਜਿੱਤ ਲਿਆ ਹੋਵੇ, ਹਨਾ, ਜਿਹਨੇ ਆਪਣੀ ਸਾਰੀ ਇੰਦਰੀਆਂ ਨੂੰ ਕੀ ਕਰ ਲਿਆ? ਆਪਣੀ ਇੰਦਰੀਆਂ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ, ਯਾਨੀ ਆਪਣੇ ਆਪ ਨੂੰ ਕੰਟਰੋਲ ਕਰਨਾ ਉਹਨੇ ਸਿੱਖ ਲਿਆ, ਹਨਾ। ਤਾਂ ਉਹਨੂੰ ਕਿਹਾ ਜਾਂਦਾ ਹੈ ਜਿਤੇਂਦਰ, ਠੀਕ ਹੈ ਜੀ। ਤੇ ਨਿਰਗ੍ਰੰਥ ਬਾਰੇ ਵੀ ਪੁੱਛਿਆ ਜਾਂਦਾ ਪੇਪਰਾਂ ਦੇ ਵਿੱਚ ਕਿ ਨਿਰਗ੍ਰੰਥ ਦਾ ਕੀ ਮਤਲਬ ਹੈ। ਨਿਰਗ੍ਰੰਥ ਦਾ ਮਤਲਬ ਹੈ ਬਈ ਜਿਹੜਾ ਮਤਲਬ ਸੰਸਾਰ ਦੇ ਸਾਰੇ ਬੰਧਨਾਂ ਤੋਂ ਮੁਕਤ ਹੋ ਗਿਆ ਹੋਵੇ, ਹਨਾ, ਜਿਹੜਾ ਸਾਰੇ ਮਤਲਬ ਬੌਂਡਸ ਜਿਹੜੇ ਵੀ ਬੰਧਨ ਹੁੰਦੇ ਆ, ਹਨਾ, ਤਾਂ ਉਹਨਾਂ ਤੋਂ ਮੁਕਤ ਹੋ ਜਾਵੇ, ਉਹਨੂੰ ਕੀ ਕਹਿੰਦੇ ਆ? ਨਿਰਗ੍ਰੰਥ, ਹਨਾ। ਤੇ ਕੈਵਲੀਨ ਬਾਰੇ ਵੀ ਪੁੱਛਿਆ ਜਾਂਦਾ ਕਿ ਕੈਵਲੀਨ ਦਾ ਮਤਲਬ ਕੀ ਹੈ। ਕੈਵਲੀਨ ਦਾ ਮਤਲਬ ਹੈ ਬਈ ਕੈਵਲੀਨ ਦਾ ਮਤਲਬ ਹੋ ਗਿਆ ਮਤਲਬ ਜਿਹਨੂੰ ਮਤਲਬ ਗਿਆਨ ਦੀ ਪੂਰੀ ਪ੍ਰਾਪਤੀ ਹੋ ਗਈ ਹੋਵੇ, ਹਨਾ, ਜਿਹਨੂੰ ਗਿਆਨ ਦੀ ਪੂਰੀ ਪ੍ਰਾਪਤੀ ਹੋ ਗਈ ਹੋਵੇ, ਉਹਨੂੰ ਕੀ ਕਿਹਾ ਜਾਂਦਾ ਹੈ? ਕੈਵਲੀਨ ਕਿਹਾ ਜਾਂਦਾ ਹੈ, ਹਨਾ। ਤਾਂ ਇਹ ਸਾਰੇ ਆਪਾਂ ਨੇ ਪੁਆਇੰਟ ਆ ਜਿਹੜੇ ਇਹ ਯਾਦ ਰੱਖਣੇ ਆ ਬਈ। ਬਾਕੀ ਫਿਰ ਦੇਖੋ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ। ਗਿਆਨ ਦੀ ਪ੍ਰਾਪਤੀ ਹੋਣ ਤੋਂ ਬਾਅਦ ਕਿਸੇ ਨੂੰ ਵੀ ਅਗਰ ਗਿਆਨ ਮਿਲ ਜੇ ਤਾਂ ਉਹ ਕੀ ਕਰੂਗਾ? ਸਭ ਤੋਂ ਪਹਿਲਾਂ ਉਹ ਗਿਆਨ ਵੰਡਣਾ ਸ਼ੁਰੂ ਕਰੂਗਾ, ਹਨਾ। ਤਾਂ ਇਹਨਾਂ ਨੇ ਉਪਦੇਸ਼ ਦਿਆ ਬਈ। ਪਹਿਲਾ ਉਪਦੇਸ਼ ਕਿੱਥੇ ਦਿੱਤਾ? ਪਾਵਾ ਦੇ ਵਿੱਚ। ਪਾਵਾ ਕਿੱਥੇ ਹੈ? ਬਿਹਾਰ, ਠੀਕ ਹੈ ਨਾ। ਤਾਂ ਬਿਹਾਰ ਦੇ ਵਿੱਚ ਇਹਨਾਂ ਨੇ ਪਾਵਾ
ਬਿਹਾਰ ਦੇ ਵਿੱਚ ਜਿਹੜੀ ਜਗ੍ਹਾ ਹੈ ਪਾਵਾ, ਉੱਥੇ ਇਹਨਾਂ ਨੇ ਪਹਿਲਾ ਆਪਣਾ ਜਿਹੜਾ ਉਪਦੇਸ਼ ਹੈ ਉਹ ਦਿਆ, ਤੇ ਉੱਥੇ ਇਹਨਾਂ ਨੇ ਜੈਨ ਸੰਘ ਦੀ ਸਥਾਪਨਾ ਕੀਤੀ। ਮਤਲਬ ਜਿਹੜਾ ਇੱਕ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਸੰਘ ਬਣਾਇਆ ਹੈ ਨਾ, ਇਕੱਠ ਕਰਿਆ ਜਾਂ ਜੋ ਵੀ, ਠੀਕ ਹੈ ਨਾ, ਉਹ ਜਾਂ ਤੁਸੀਂ ਕਹਿ ਸਕਦੇ ਹੋ ਆਪਣਾ ਕੋਈ ਆਸ਼ਰਮ ਜਾਂ ਡੇਰਾ ਬਣਾਇਆ ਹੈ ਨਾ, ਮੱਠ ਵਗੈਰਾ ਬਣਾਇਆ, ਤਾਂ ਉਹ ਕਿੱਥੇ ਬਣਾਇਆ ਇਹਨਾਂ ਨੇ? ਪਾਵਾ ਦੇ ਵਿੱਚ ਹੀ ਬਣਾਇਆ, ਠੀਕ ਹੈ ਜੀ। ਤੇ ਇਸ ਤੋਂ ਪਹਿਲਾਂ ਦੇ ਜਿਹੜੇ ਪਾਰਸ਼ਵਨਾਥ ਸੀਗੇ ਹੈ ਨਾ, ਪਾਰਸ਼ਵਨਾਥ, ਅੱਛਾ ਇੱਕ ਗੱਲ ਹੋਰ ਆਪਾਂ ਨੇ ਯਾਦ ਰੱਖਣੀ ਹੈ, ਜਿਹੜਾ ਜੈਨ ਧਰਮ ਹੈ ਨਾ, ਉੱਥੇ ਇਹ ਵਾਲਾ ਸਿਸਟਮ ਨਹੀਂ ਸੀਗਾ ਵੀ ਕਿ ਜਿਹੜਾ 23ਵਾਂ ਤੀਰਥੰਕਰ ਹੈ ਉਹਨੇ ਆਪਣੀ ਗੱਦੀ ਹੈ ਜਿਹੜੀ ਉਹ 24ਵੇਂ ਤੀਰਥੰਕਰ ਨੂੰ ਦੇਈ ਹੈ ਹਨਾ, ਉਹਨੂੰ ਨੈਕਸਟ ਤੀਰਥੰਕਰ ਅਪਾਇੰਟ ਕਰਿਆ। ਜਿੱਦਾਂ ਆਪਾਂ ਪੰਜਾਬ ਦੇ ਵਿੱਚ ਦੇਖਦੇ ਹਾਂ ਨਾ, ਸਿੱਖ ਧਰਮ ਦੇ ਵਿੱਚ ਜਿਹੜੇ ਪਹਿਲੇ ਗੁਰੂ ਨੇ ਹਨਾ, ਉਹਨੇ ਦੂਜੇ ਗੁਰੂ ਨੂੰ ਅਪਾਇੰਟ ਕੀਤਾ, ਦੂਜੇ ਨੇ ਤੀਜੇ ਨੂੰ ਅਪਾਇੰਟ ਕੀਤਾ ਹਨਾ, ਗੱਦੀ ਸੌਂਪੀ ਹੈ। ਉਹ ਵਾਲਾ ਸਿਸਟਮ ਇੱਥੇ ਨਹੀਂ ਸੀਗਾ, ਠੀਕ ਹੈ, ਇਹ ਵੀ ਆਪਾਂ ਨੇ ਯਾਦ ਰੱਖਣਾ। ਤਾਂ ਇਹਨਾਂ ਨੇ ਕੀ ਕਰਿਆ, ਜਿਹੜੇ 23ਵੇਂ ਤੀਰਥੰਕਰ ਨੇ ਪਾਰਸ਼ਵਨਾਥ, ਉਹਨਾਂ ਦੀ 4 ਸਿੱਖਿਆਵਾਂ ਨੂੰ ਅਪਣਾਇਆ, ਠੀਕ ਹੈ ਨਾ, ਤੇ ਇਸ ਤੋਂ ਇਲਾਵਾ ਇੱਕ 5ਵੀਂ ਸਿੱਖਿਆ ਇੱਕ ਹੋਰ ਐਡ ਕਰਤੀ, ਬ੍ਰਹਮਚਰ, ਠੀਕ ਹੈ ਨਾ। ਬ੍ਰਹਮਚਾਰਿਆ ਜਿਹੜੀ ਸਿੱਖਿਆ ਹੈ ਉਹ ਵੀ ਇਹਨਾਂ ਨੇ ਐਡ ਕਰਤੀ। ਹੁਣ ਕਿੰਨੀ ਸਿੱਖਿਆਵਾਂ ਹੋ ਗਈਆਂ? ਟੋਟਲ 5 ਹੋ ਗਈਆਂ। 4 ਆਪਾਂ ਨੇ ਪਹਿਲਾਂ ਦੇਖੀ ਹੈ, 4 23ਵੇਂ ਤੀਰਥੰਕਰ ਨੇ ਦੱਸੀ ਸੀਗੀ। ਕਿਹੜੀ? ਅਹਿੰਸਾ ਹੋ ਗਈ ਇੱਕ ਤਾਂ, ਠੀਕ ਹੈ ਨਾ, ਦੂਜੀ ਹੋ ਗਈ ਸੱਤ, ਠੀਕ ਹੈ ਨਾ, ਸੱਚ ਯਾਨੀ ਕਿ ਟਰੁੱਥ, ਤੇ ਤੀਜੀ ਹੋ ਗਈ ਅਸਤਿਆ, ਅਸਤਿਆ ਯਾਨੀ ਕਿ ਕੋਈ ਚੋਰੀ ਵਗੈਰਾ ਨਾ ਕਰਨਾ, ਤੇ ਚੌਥੀ ਸੀਗੀ ਬਈ ਅਪਰਿਗ੍ਰਹਿ। ਅਪਰਿਗ੍ਰਹਿ ਦਾ ਮਤਲਬ ਹੈ ਕਿਸੇ ਤਰ੍ਹਾਂ ਦੀ ਕੋਈ ਲਾਲਸਾ ਨਹੀਂ ਰੱਖਣਾ। ਤੇ ਹੁਣ 5ਵੀਂ ਕਿਹੜੀ ਹੋ ਗਈ? 5ਵੀਂ ਹੋ ਗਈ ਬ੍ਰਹਮਚਾਰਿਆ, ਠੀਕ ਹੈ ਜੀ। ਤਾਂ ਇਹ 5 ਸਿੱਖਿਆਵਾਂ ਹੋ ਗਈਆਂ। ਬਾਕੀ ਫਿਰ ਇਸ ਤੋਂ ਬਾਅਦ ਇਹਨਾਂ ਨੇ ਆਪਣੀ ਜਿਹੜੀ ਸਾਰੀ ਲਾਈਫ ਹੈ ਉਹ ਅਲੱਗ-ਅਲੱਗ ਥਾਵਾਂ ਦੇ ਧਰਮ ਦਾ ਪ੍ਰਚਾਰ ਕਰਦੇ ਹੋਏ, ਉਪਦੇਸ਼ ਦਿੰਦੇ ਹੋਏ, ਉਹ ਸਾਰਾ ਕੁਛ ਜਿਹੜਾ ਬਤੀਤ ਕਰਤੀ, ਠੀਕ ਹੈ ਨਾ। ਤੇ 72 ਸਾਲ ਦੀ ਉਮਰ ਦੇ ਵਿੱਚ 468 BC ਯਾਨੀ 468 ਈਸਾ ਪੂਰਵ ਦੇ ਵਿੱਚ ਬਿਹਾਰ ਦੇ ਹੀ, ਜਿੱਥੇ ਇਹਨਾਂ ਨੂੰ ਜਿੱਥੇ ਮਤਲਬ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ, ਪਾਵਾਪੁਰੀ ਜਾਂ ਪਾਵਾ ਹਨਾ, ਉੱਥੇ ਹੀ ਇਹਨਾਂ ਦੀ ਕੀ ਹੈ? ਮ੍ਰਿਤੂ ਹੋ ਜਾਂਦੀ ਹੈ, ਠੀਕ ਹੈ ਜੀ। ਇਹ ਪੁਆਇੰਟ ਵੀ ਆਪਾਂ ਨੇ ਯਾਦ ਰੱਖਣਾ। ਤਾਂ ਇਹ ਤਾਂ ਸੀਗੀ ਬਈ ਭਗਵਾਨ ਮਹਾਵੀਰ ਦੀ ਇੱਕ ਲਾਈਫ ਹਨਾ। ਆਪਾਂ ਨੇ ਇਹ ਦੇਖਿਆ ਕਦੋਂ ਇਹਨਾਂ ਦਾ ਜਨਮ ਹੋਇਆ, ਕਿ ਕਿਹੜੇ ਪਰਸਨ ਇਹਨਾਂ ਦੀ ਲਾਈਫ ਦੇ ਵਿੱਚ ਆਏ ਹਨਾ, ਉਹ ਸਾਰਾ ਕੁਝ ਆਪਾਂ ਨੇ ਦੇਖਿਆ, ਤੇ ਕਿੱਥੇ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ, ਇਹ ਸਾਰਾ ਕੁਝ। ਇਹ ਤਾਂ ਉਹ ਪਰਸਨ ਹੋ ਗਏ ਜਿਨ੍ਹਾਂ ਨੇ ਮਤਲਬ ਜੈਨ ਧਰਮ ਨੂੰ ਤਿਆਰ ਕਰਿਆ ਹਨਾ, ਜੈਨ ਧਰਮ ਨੂੰ ਬਣਾਇਆ ਇੱਕ ਤਰ੍ਹਾਂ ਤੋਂ, ਠੀਕ ਹੈ ਨਾ। ਜੈਨ ਧਰਮ ਦੀ ਫਿਲੋਸਫੀ ਕੀ ਹੈ, ਜੈਨ ਧਰਮ ਦੇ ਸਿਧਾਂਤ ਕੀ ਨੇ, ਜੈਨ ਧਰਮ ਕੀ ਕਹਿਣਾ ਚਾਹੁੰਦਾ ਹੈ ਹਨਾ, ਉਹ ਸਾਰਾ ਕੁਝ ਹੁਣ ਆਪਾਂ ਪੜਾਂਗੇ। ਤਾਂ ਆਪਣਾ ਨੈਕਸਟ ਟੌਪਿਕ ਕਿਹੜਾ ਹੈ ਬਈ? ਜੈਨ ਧਰਮ ਦੇ ਸਿਧਾਂਤ, ਯਾਨੀ ਜਿਹੜੀ ਫਿਲੋਸਫੀਆਂ ਨੇ, ਡਾਕਟਰੀਨਸ ਨੇ ਉਹਨਾਂ ਦੇ, ਉਹ ਸਾਰਾ ਕੁਝ ਪੜਾਂਗੇ। ਤਾਂ ਇਹ ਜੈਨ ਧਰਮ ਦੇ ਕੁਝ ਸਿਧਾਂਤ ਨੇ ਬਈ, ਮੇਨਲੀ 3। ਜੇ ਆਪਾਂ ਪਹਿਲਾਂ ਦੇਖੀਏ, ਅਨੇਕਾਂਤਵਾਦ, ਠੀਕ ਹੈ ਨਾ। ਜੈਨ ਧਰਮ ਦਾ ਇੱਕ ਸਿਧਾਂਤ ਕਿਹੜਾ ਹੈ ਬਈ? ਅਨੇਕਾਂਤਵਾਦ। ਕਿਆ ਮਤਲਬ ਹੈ ਅਨੇਕਾਂਤਵਾਦ ਦਾ? ਦੇਖੋ, ਅਨੇਕਾਂਤਵਾਦ ਦਾ ਬੜਾ ਸਿੰਪਲ ਜਿਹਾ ਮਤਲਬ ਹੈ ਕਿ ਜਿਹੜਾ ਸੱਚ ਹੁੰਦਾ ਹੈ ਹਨਾ, ਜਾਂ ਕੋਈ ਵੀ ਮਤਲਬ ਸ੍ਰਿਸ਼ਟੀ ਦੇ ਵਿੱਚ ਕੋਈ ਵੀ ਚੀਜ਼ ਹੈ, ਉਹਨੂੰ ਆਪਾਂ ਇੱਕ ਦ੍ਰਿਸ਼ਟੀਕੋਣ ਦੇ ਨਾਲ ਦੇਖ ਕੇ ਐਗਜ਼ੈਕਟ ਨਹੀਂ ਉਹਦੇ ਬਾਰੇ ਕੁਝ ਕਹਿ ਸਕਦੇ, ਠੀਕ ਹੈ ਨਾ। ਜੇ ਤੁਸੀਂ ਇਦਾਂ ਵੀ ਕਹਿ ਸਕਦੇ ਹੋ, ਅਨੇਕਾਂਤਵਾਦ ਦਾ ਮਤਲਬ ਕਿ ਹਰ ਇੱਕ ਚੀਜ਼ ਨੂੰ, ਜਾਂ ਹਰ ਇੱਕ ਸੱਚ ਨੂੰ, ਜਾਂ ਹਰ ਇੱਕ ਵਸਤੂ ਹੈ ਜੋ ਵੀ ਹੈ ਹਨਾ, ਉਹਨੂੰ ਦੇਖਣ ਦੇ ਅਲੱਗ-ਅਲੱਗ ਦ੍ਰਿਸ਼ਟੀਕੋਣ ਜ਼ਰੂਰੀ ਨੇ, ਠੀਕ ਹੈ ਨਾ। ਤੁਸੀਂ ਕਿਸੇ ਵੀ ਸੱਚ ਦੇ ਉੱਤੇ, ਕਿਸੇ ਵੀ ਪੁਆਇੰਟ ਦੇ ਉੱਤੇ, ਜਾਂ ਕਿਸੇ ਵੀ ਨਿਸ਼ਕਰਸ਼ ਦੇ ਉੱਤੇ, ਕਿਸੇ ਵੀ ਰਿਜ਼ਲਟ ਦੇ ਉੱਤੇ ਨਹੀਂ ਪਹੁੰਚ ਸਕਦੇ ਸਿਰਫ ਇੱਕ ਦ੍ਰਿਸ਼ਟੀਕੋਣ ਲੈ ਕੇ, ਠੀਕ ਹੈ ਨਾ। ਤੁਹਾਨੂੰ ਸੱਚ ਜਾਣਨ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ, ਅਨੇਕੋ ਤਰ੍ਹਾਂ ਦੇ ਜਿਹੜੇ ਦ੍ਰਿਸ਼ਟੀਕੋਣ ਹੈ ਉਹ ਰੱਖਣੇ ਪੈਣਗੇ, ਠੀਕ ਹੈ ਨਾ। ਇਹ ਕਿਹਾ ਜਾਂਦਾ ਹੈ ਅਨੇਕਾਂਤਵਾਦ ਦੇ ਵਿੱਚ, ਠੀਕ ਹੈ ਜੀ, ਸਮਝਿਓ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ ਹਨਾ, ਕਿ ਮਤਲਬ ਜੈਨ ਧਰਮ ਦੇ ਵਿੱਚ ਹੀ ਦੀ ਜਾਂਦੀ ਹੈ ਐਗਜ਼ਾਮਪਲ, ਕਿ ਕੀ ਕਰਿਆ ਗਿਆ, ਕੁਝ ਅੰਧੇ ਸੀਗੇ ਬਈ, ਕਈ ਵਿਅਕਤੀ ਸੀਗੇ ਜਿਹੜੇ ਅੰਧੇ ਸੀਗੇ, 2-3, ਚਲੋ 2 ਲਾ ਲਓ, ਤੁਸੀਂ 3 ਲਾ ਲਓ ਹਨਾ। ਉਹਨਾਂ ਦੀ ਅੰਧੇ ਤਾਂ ਹੈ ਹੀ ਸੀ ਉਹ, ਠੀਕ ਹੈ ਨਾ, ਜਾਂ ਚਲੋ ਅੰਧੇ ਵੀ ਨਹੀਂ, 2-3 ਬੰਦੇ ਨੇ, ਉਹਨਾਂ ਦੀ ਅੱਖਾਂ ਤੇ ਪੱਟੀ ਬੰਨ੍ਹਤੀ, ਠੀਕ ਹੈ ਨਾ। ਤੇ ਉਹਨਾਂ ਨੇ ਪਹਿਲਾਂ ਕਿਸੇ ਨੇ ਵੀ ਕਦੇ ਹਾਥੀ ਨਹੀਂ ਦੇਖਿਆ, ਤਾਂ ਉਹਨਾਂ ਦੀ ਅੱਖਾਂ ਤੇ ਪੱਟੀ ਬੰਨ੍ਹ ਕੇ ਉਹਨਾਂ ਨੂੰ ਕਿਹਾ ਗਿਆ ਕਿ ਚਲੋ ਤੁਹਾਨੂੰ ਅਸੀਂ ਹਾਥੀ ਦਿਖਾਉਂਦੇ ਹਾਂ, ਵੀ ਤੁਸੀਂ ਹਾਥੀ ਨੂੰ ਛੂ ਕੇ ਮਹਿਸੂਸ ਕਰਨਾ ਤੇ ਦੱਸਣਾ ਵੀ ਹਾਥੀ ਕਿਹੋ ਜਿਹਾ ਹੈ ਹਨਾ। ਤਾਂ ਇੱਕ ਨੇ ਹਾਥੀ ਦੀ ਪੂੰਛ ਫੜੀ ਹੈ, ਠੀਕ ਹੈ, ਤਾਂ ਉਹਨੇ ਕਿਹਾ ਕਿ ਹਾਥੀ ਹੈ ਜਿਹੜਾ ਉਹ ਇੱਕ ਰੱਸੇ ਵਰਗਾ ਹੈ ਨਾ, ਇੱਕ ਰੱਸੇ ਵਰਗਾ ਹੈ, ਠੀਕ ਹੈ ਨਾ। ਕਿਸੇ ਨੇ ਹਾਥੀ ਦੇ ਜਿਹੜੇ ਪੈਰ ਨੇ ਜਾਂ ਲੱਤ ਹੈ ਉਹ ਫੜੀ ਹੈ, ਉਹ ਕਹਿੰਦਾ ਵੀ ਹਾਥੀ ਤਾਂ ਇੱਕ ਤਰ੍ਹਾਂ ਦਾ ਮਤਲਬ ਖੰਭੇ ਵਰਗਾ ਹੈ ਹਨਾ, ਜਾਂ ਪੋਲ ਵਰਗਾ ਹੈ, ਜਾਂ ਪੇੜ ਵਰਗਾ ਹੈ ਹਾਥੀ, ਠੀਕ ਹੈ ਨਾ। ਕਿਸੇ ਨੇ ਸੂੰਡ ਫੜੀ ਹੈ, ਉਹ ਕਹਿੰਦਾ ਹਾਥੀ ਹੈ ਜਿਹੜਾ ਇਹ ਤਾਂ ਸੱਪ ਵਰਗਾ ਹੈ, ਠੀਕ ਹੈ ਜੀ। ਇਹ ਸਾਰਾ ਹਿਸਾਬ ਕਿਤਾਬ ਹੈ। ਉਹਨਾਂ ਨੇ ਹਾਥੀ ਤਾਂ ਕਦੇ ਦੇਖਿਆ ਨਹੀਂ, ਫਿਰ ਉਹਨਾਂ ਦੀ ਅੱਖਾਂ ਤੋਂ ਪੱਟੀ ਖੋਲੀ ਗਈ ਹੈ, ਫਿਰ ਉਹਨਾਂ ਨੇ ਹਾਥੀ ਨੂੰ ਰਿਐਲਿਟੀ ਦੇ ਵਿੱਚ ਦੇਖਿਆ। ਤਾਂ ਕਹਿਣ ਦਾ ਮਤਲਬ ਹੈ ਕਿ ਜਿਹੜਾ ਮਤਲਬ ਰਿਜ਼ਲਟ ਹੈ ਜਾਂ ਕੋਈ ਸੱਚ ਹੈ ਹਨਾ, ਉਹਦੇ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਦ੍ਰਿਸ਼ਟੀਕੋਣ ਹੈ, ਇਹ ਹੋਣੇ ਚਾਹੀਦੇ ਆ। ਇਹ ਸਿਧਾਂਤ ਹੈ ਜਿਹੜਾ, ਇਹ ਥਿਉਰੀ ਹੈ ਜਿਹੜੀ, ਇਹ ਜੈਨ ਧਰਮ ਦੀ ਹੈ, ਤੇ ਇਹਨੂੰ ਕਿਹਾ ਜਾਂਦਾ ਹੈ ਅਨੇਕਾਂਤਵਾਦ, ਠੀਕ ਹੈ ਜੀ, ਜਾਂ ਇਸ ਨੂੰ ਸੈਦਵਾਦ ਵੀ
ਕਿਹਾ ਜਾਂਦਾ ਹੈ। ਕਲੀਅਰ ਹੈ। ਉਸ ਤੋਂ ਬਾਅਦ ਇੱਕ ਸਿਧਾਂਤ ਹੈ ਇਹਨਾਂ ਦਾ ਤਿੰਨ ਰਤਨ ਜਾਂ ਤ੍ਰਿਰਤਨ ਇਹਨੂੰ ਕਿਹਾ ਜਾਂਦਾ ਹੈ। ਤ੍ਰਿਰਤਨ ਹਿੰਦੀ ਦੇ ਵਿੱਚ ਇਹਨੂੰ ਤ੍ਰਿਰਤਨ ਕਿਹਾ ਜਾਂਦਾ ਹੈ ਤੇ ਪੰਜਾਬੀ ਦੇ ਵਿੱਚ ਮੈਂ ਇਹਨੂੰ ਤਿੰਨ ਰਤਨ ਲਿਖਤਾ। ਤਿੰਨ ਰਤਨ ਮਤਲਬ ਰਤਨ ਕੀ ਹੁੰਦਾ ਹੈ? ਕੀਮਤੀ ਚੀਜ਼ ਹੁੰਦੀ ਹੈ ਰਤਨ। ਤਾਂ ਇਹ ਤਿੰਨ ਕੀਮਤੀ ਚੀਜ਼ਾਂ ਨੇ ਬਈ, ਤੁਸੀਂ ਇੱਕ ਸਮਝ ਸਕਦੇ ਹੋ ਜੈਨ ਧਰਮ ਦੀਆਂ। ਕਿਹੜੀ ਕਿਹੜੀ? सम्यक विश्वास। सम्यक वर्ड का मतलब होंगे राइट। की होंगे? राइट, सही है ना। सही, सही विश्वास, सही ज्ञान ते सही कर्म। ठीक है ना। सम्यक विश्वास, सम्यक ज्ञान ते सम्यक कर्म, ये तीन रतन ने इन्हां दे। सम्यक विश्वास का मतलब है कि थोनू जिहड़ा सही विश्वास है, जां अपने जिहड़े की मतलब तीर्थंकर ने जिहड़े है ना, इन्हां ते उत्ते की है सही विश्वास ये जिहड़ा ये होना चाहिए है। ठीक है जी। सम्यक विश्वास है मतलब अपने जिहड़े तीर्थंकर ने उन्हां दे विच की है विश्वास होना चाहिए है। एक तो ये हो गया। दूजा किहड़ा है बई? दूजा है सम्यक ज्ञान। ते सम्यक ज्ञान का मतलब है कि तुहानू अपने मतलब जिहड़े इन्हां दे विचार ने, सिद्धांत ने, है ना, जो सिक्ख्यावां ने इन्हां दियां, है ना, इन्हां दा भी की है ज्ञान होना चाहिए है, सही ज्ञान होना चाहिए है। ते सम्यक कर्म का की मतलब है? सम्यक कर्म मतलब ਜਿਹੜੇ ਤੁਹਾਡੇ ਕਰਮ ਨੇ, ਹੈ ਨਾ, ਜੋ ਵੀ ਤੁਸੀਂ ਕਰ ਰਹੇ ਹੋ ਉਹ ਕੀ ਹੋਣਾ ਚਾਹੀਦਾ ਹੈ? ਉਹ ਸਾਰਾ ਸਹੀ ਹੋਣਾ ਚਾਹੀਦਾ ਹੈ। ਤਾਂ ਇਹ ਤਿੰਨ ਰਤਨ ਨੇ ਬਈ ਜੈਨ ਧਰਮ ਦੇ, सम्यक विश्वास, सम्यक ज्ञान ਤੇ सम्यक कर्म। ਕਈ ਵਾਰ ਕੁਐਸਚਨ ਆ ਜਾਂਦਾ ਜਿਵੇਂ ਤਿੰਨ ਤਾਂ ਇਹ ਹੋ ਗਏ, ਚੌਥਾ ਕੁਝ ਵੀ ਲਿਖ ਦੇਣਗੇ, ਹੈ ਨਾ, सम्यक अहिंसा या कुछ भी, है ना, ਤੇ ਕਹਿ ਦੇਣਗੇ ਇਹਨਾਂ ਵਿੱਚੋਂ ਕਿਹੜਾ ਹੈ ਜਿਹੜਾ ਤ੍ਰਿਰਤਨ ਦਾ ਹਿੱਸਾ ਨਹੀਂ ਹੈ। ਸਮਝੋ ਗੱਲ। ਜਾਂ ਫਿਰ ਡਾਇਰੈਕਟ ਕੁਐਸਚਨ ਆ ਜਾਂਦਾ ਹੈ कि त्रिरतन एक किहड़े धर्म की सिक्ख्यावां ने? त्रिरतन किहड़े धर्म की सिक्ख्यावां ने? तो ये जैन धर्म दियां ने। ठीक है ना। ਇਹਦੇ ਤੇ ਵੀ डायरैक्ट क्वेश्चन आ जाता है अनेकांतवाद है ਜਿਹੜਾ ਉਹ ਕਿਹੜੀ ਧਰਮ ਦੀ ਸਿੱਖਿਆ ਹੈ? ਅਨੇਕਾਂਤਵਾਦ ਹੈ ਜਿਹੜਾ ਉਹ ਕਿਹੜੀ ਧਰਮ ਦੀ ਸਿੱਖਿਆ ਹੈ? ਠੀਕ ਹੈ ਜੀ। ਓਕੇ। ਤੇ ਉਸ ਤੋਂ ਬਾਅਦ ਫਿਰ ਪੰਚ ਮਹਾਵਰਤ। ਪੰਚ ਮਹਾਵਰਤ ਤਾਂ ਪੰਚ ਮਹਾਵਰਤ ਉਹੀ ਹੈ ਬਈ ਜਿਹੜੇ ਪੰਜ ਸਿੱਖਿਆਵਾਂ ਨੇ ਜੈਨ ਧਰਮ ਦੀਆਂ। ਅਹਿੰਸਾ, सत्य, असत्य, अपरिग्रह। ठीक है जी। अपरिग्रह। तो ये जिहड़ी चार सिक्ख्यावां ने पहलियां, है ना, ये किहने दई सी? 23वां तीर्थंकर है जिहड़े पार्श्वनाथ उन्हां ने। ते पंजवीं किहड़ी है? ब्रह्मचर्य। एक इन्हां ने दई है 24वें तीर्थंकर सीगे जिहड़े महावीर। ठीक है ना, उन्होंने वर्धन महावीर ने। ठीक है जी। तो इनू इन्हां पंज सिक्ख्यावां नूं इकट्ठे नूं कहा जाता है पंच महाव्रत। ते जिहड़ा भी बंदा जैन धर्म नूं फॉलो करता है, मतलब सारे तां नहीं, मतलब जिन्ने भी फॉलो करते हैं, तो उन्हां विचों की है जिहड़ा सब तो उपर हुंदा है ना, जो भी उन्हों का मतलब मौंक हो गया, जो भी साधु हो गया उन्होंने, तो वह पंच महाव्रत है जिहड़ा उन्होंने फॉलो करना पैंदा है। ठीक है ना, पंच महाव्रत। ठीक है जी। तो ये सारा कुछ की है, ये जैन धर्म के सिद्धांत ने। ठीक है जी। क्लीयर है। नैक्सट बाकी जैन धर्म के संप्रदा, ये अपना नैक्सट टॉपिक है। जैन धर्म के संप्रदा ये की मतलब है? संप्रदा पहले तो अपन यही देखा, संप्रदा की है एक अलग विचारधारा होगी जिन्होंने लोग है जिहड़े वो फॉलो कर रहे हैं। ठीक है ना। तो वैदिक काल के दौरान अलग अलग संप्रदावां बणियां ने 60 70। ठीक है ना, काफ़ी संप्रदा सीगे। बाद दे विच उन्हां संप्रदावां दे विचों जिहड़ा जैन ते बौद्ध उन्होंने एक रिलीजन का रूप ले लिया, है ना, एक धर्म का रूप ले लिया। ठीक है जी। बाद दे विच की है जदों ये रिलीजन भी चलते हैं, देखो यार दुनिया के जिन्ने भी रिलीजन है ना, वो जिहड़ी उन्हां दी प्योरिटी है वो कुछ टाइम ही बरकरार रही है। बाद दे विच जदों उस धर्म के संस्थापक ने जिहड़े, है ना, जां रियल फाउंडर ने जो भी ने, है ना, उन्होंने काफ़ी साल मतलब उन्होंने डैथ तो बाद काफ़ी सालों तक तो ठीक चलता रहा। बाद दे विच जदों फिर होर बंदे इन्हां दे विच ऐड होंदे चले गए, जां ये काफ़ी पुराना होंदा चले जाता है ना, जिवें वैदिक धर्म है 900 या 1000 सालों तक पहुँचते पहुँचते वो की है करप्ट हो चुके सी, है ना। ठीक है ना। वो अपना जिहड़ा मूल उन्हां दी विचारधारा सी उहदे तो वो अलग हो गए। तो ये सारे धर्मां दे विच ही हुंदा है। ठीक है ना। ठीक है जी। ये सारे धर्मां दे विच ही हुंदा है, पर्सनली ना लियो कोई। ठीक है। जैन धर्म दे विच भी की हुंदा है, जिहड़ा जैन धर्म सीगा जिहड़े भगवान महावीर ने, है ना, महावीर दी डैथ तो बाद जिहड़े राजा ने चंद्रगुप्त मौर्य, है ना, वो भी मतलब अपने अंतिम समय दे विच की सी, अंतिम समय दे विच ना वो भी जैन धर्म दे विच चले गए सीगे। ठीक है ना। तो फिर की है मतलब उस टाइम फिर की हुंदा, एक काफ़ी मतलब बड़ा अकाल पड़दा इंडिया दे विच। अकाल पड़दा है ना जदों, तो अकाल दे टाइम की है जिहड़ा नॉर्थ इंडिया दे विच ज़्यादा फेमस सीगा जैन धर्म। ठीक है ना। क्योंकि नॉर्थ इंडिया के जिहड़े उस टाइम के राजा सीगे उन्होंने जैन धर्म नूं की है अपना मतलब पैटरनाइज कराया होया सीगा, मतलब उन्होंने अपनी छत्र छाया दे विच मतलब
ਰੱਖਿਆ ਹੋਇਆ ਸੀਗਾ ਹਨਾ, ਇਦਾਂ ਤੁਸੀਂ ਸਮਝ ਸਕਦੇ ਹੋ। ਠੀਕ ਹੈ ਨਾ, ਜਿਵੇਂ ਅਸ਼ੋਕ ਹੈ, ਅਸ਼ੋਕ ਬੁੱਧ ਧਰਮ 'ਚ ਚਲਾ ਗਿਆ ਤਾਂ ਉਹਨੇ ਆਪਣਾ ਸਾਰਾ ਜੀਵਨ ਹੈ ਬੁੱਧ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਹ ਆਪਣਾ ਦੇਤਾ ਹਨਾ, ਇਦਾਂ ਕਰਕੇ। ਤਾਂ ਚੰਦਰਗੁਪਤ ਮੌर्य ਦੇ ਟਾਈਮ ਕੀ ਹੈ, ਫਿਰ ਬਹੁਤ ਜ਼ਿਆਦਾ ਅਕਾਲ ਪੜਦਾ ਹੈ। ਤਾਂ ਉਸ ਟਾਈਮ ਜਿਹੜਾ ਉੱਤਰ ਭਾਰਤ ਦੇ ਮੇਨ ਜਿਹੜੇ ਜੈਨ ਧਰਮ ਦੇ ਸਾਧੂ ਸੀਗੇ ਹਨਾ, ਉਹ ਕੀ ਕਰਦੇ ਆ, ਇੱਥੋਂ ਮਾਈਗ੍ਰੇਟ ਹੋ ਜਾਂਦੇ ਆ ਉੱਤਰ ਭਾਰਤ ਤੋਂ, ਉਹ ਨਾ ਸਾਊਥ ਵੱਲ ਚਲੇ ਜਾਂਦੇ ਆ, ਕਰਨਾਟਕਾ ਵੱਲ। ਠੀਕ ਹੈ ਨਾ, ਤੇ ਕਰਨਾਟਕਾ ਵੱਲ ਚਲੇ ਜਾਂਦੇ ਆ, ਤੇ ਉਹਨਾਂ ਦੇ ਨਾਲ ਇੱਕ ਮੇਨ ਬੰਦਾ ਜਿਹੜਾ ਭਦਰ ਬਾਹੂ, ਠੀਕ ਹੈ ਨਾ, ਕੀ ਨਾਂ ਸੀ ਉਹਦਾ, ਭਦਰ ਬਾਹੂ। ਠੀਕ ਹੈ, ਉਹ ਆਪਣੇ ਨਾਲ ਕਾਫੀ ਜਿਹੜੇ ਜੈਨ ਧਰਮ ਦੇ ਵਿਅਕਤੀ ਸੀਗੇ ਹਨਾ, ਜਾਂ ਜੈਨ ਧਰਮ ਦੇ ਫੋਲੋਅਰ ਸੀਗੇ, ਉਹ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ, ਜਿੰਨੇ ਵੀ ਸਾਧੂ ਸੰਤ ਸੀਗੇ ਸਾਰਿਆਂ ਨੂੰ ਨਾਲ ਲੈ ਕੇ ਕਰਨਾਟਕਾ ਚਲੇ ਜਾਂਦਾ ਹੈ। ਠੀਕ ਹੈ ਨਾ, ਤੇ ਉਹ ਜਿੰਨੇ ਵੀ ਸੀਗੇ ਨਾ ਉਸ ਟਾਈਮ ਦੇ ਜੈਨ, ਚਾਹੇ ਉਹ ਨਾਰਥ ਵਾਲੇ ਆ, ਚਾਹੇ ਫਿਰ ਉਹ ਜਿਹੜੇ ਸਾਊਥ ਚ ਗਏ, ਸਾਰੇ ਦੇ ਸਾਰੇ ਬਿਲਕੁਲ ਨਿਊਡ ਅਵਸਥਾ ਦੇ ਵਿੱਚ ਰਹਿੰਦੇ ਸੀਗੇ, ਬਿਲਕੁਲ ਨਗਨ ਅਵਸਥਾ ਦੇ ਵਿੱਚ ਉਹ ਰਹਿੰਦੇ ਸੀਗੇ, ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਫੋਟੋ ਦੇ ਵਿੱਚ। ਠੀਕ ਹੈ ਨਾ, ਬਿਲਕੁਲ ਨਗਨ ਅਵਸਥਾ ਦੇ ਵਿੱਚ ਉਹ ਰਹਿੰਦੇ ਸੀਗੇ। ਠੀਕ ਹੈ ਨਾ, ਤਾਂ ਭਦਰ ਬਾਹੂ ਦੀ ਅਗਵਾਈ ਦੇ ਵਿੱਚ ਉਹ ਸਾਰੇ ਦੇ ਸਾਰੇ ਕੀ ਹੈ, ਕਿੱਥੇ ਚਲੇ ਜਾਂਦੇ ਆ, ਕਰਨਾਟਕਾ ਚਲੇ ਜਾਂਦੇ ਆ। ਠੀਕ ਹੈ ਨਾ, ਤੇ ਕੁਝ ਜਿਹੜੇ ਆ ਉਹ ਆਪਣਾ ਨਾਰਥ ਇੰਡੀਆ ਦੇ ਵਿੱਚ ਹੀ ਰਹਿ ਜਾਂਦੇ ਆ। ਤੇ ਕਾਫੀ ਸਾਲਾਂ ਤੋਂ ਬਾਅਦ ਜਦੋਂ ਉਹ ਵਾਪਸ ਆਉਂਦੇ ਆ ਹਨਾ, ਸਾਊਥ ਤੋਂ ਦੁਬਾਰੇ ਇੱਧਰ ਆਉਂਦੇ ਆ ਨਾਰਥ ਇੰਡੀਆ ਦੇ ਵਿੱਚ, ਤਾਂ ਉਹ ਦੇਖਦੇ ਆ ਜਿਹੜੇ ਮਤਲਬ ਨਾਰਥ ਇੰਡੀਆ ਦੇ ਜੈਨ ਨੇ ਹਨਾ, ਉਹਨਾਂ ਨੇ ਕੀ ਹੈ, ਪਹਿਲਾਂ ਤਾਂ ਉਹ ਬਿਲਕੁਲ ਨਗਨ ਅਵਸਥਾ ਦੇ ਵਿੱਚ ਰਹਿ ਰਹੇ ਸੀ, ਉਹਨਾਂ ਨੇ ਹੁਣ ਨਾ ਵਾਈਟ ਜਿਹੜੇ ਕੱਪੜੇ ਆ ਪੂਰੇ, ਉਹ ਕੱਪੜੇ ਪਾਣੇ ਸ਼ੁਰੂ ਕਰਤੇ, ਬਿਲਕੁਲ ਵਾਈਟ। ਠੀਕ ਹੈ ਨਾ, ਤਾਂ ਹੁਣ ਕੀ ਹੈ, ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕੀ ਹੁੰਦੀ ਹੈ, ਬਹਿਸ ਹੁੰਦੀ ਹੈ, ਜਾਂ ਤੁਸੀਂ ਕਹਿ ਸਕਦੇ ਹੋ ਨਾ, ਉਹਨਾਂ ਦੇ ਵਿਚਾਰ ਨਹੀਂ ਮੈਚ ਕਰ ਰਹੇ। ਠੀਕ ਹੈ ਨਾ, ਉਹ ਕਹਿ ਰਹੇ ਆ ਵੀ ਬਿਲਕੁਲ ਆਪਾਂ ਨੇ ਕਿੱਦਾਂ, ਬਿਲਕੁਲ ਆਪਾਂ ਨੇ ਨਗਨ ਰਹਿਣਾ ਹੈ, ਉਹ ਕਹਿ ਰਹੇ ਆ। ਠੀਕ ਹੈ ਜੀ, ਤੇ ਦੂਜੇ ਜਿਹੜੇ ਕਹਿ ਰਹੇ ਆ ਆਪਾਂ ਨੇ ਸਫੇਦ ਕੱਪੜੇ ਦੇ ਵਿੱਚ ਰਹਿਣਾ ਹੈ। ਕਲੀਅਰ ਹੈ। ਹੁਣ ਯਾਨੀ ਕਿ ਜਿਹੜਾ ਜੈਨ ਧਰਮ ਹੈ ਉਹ ਦੋ ਹਿੱਸਿਆਂ ਦੇ ਵਿੱਚ, ਜਿਹੜੇ ਦੋ ਵਿਚਾਰਾਂ ਦੇ ਵਿੱਚ ਹੈ ਉਹ ਵੰਡਿਆ ਗਿਆ। ਠੀਕ ਹੈ ਜੀ, ਦੋ ਵਿਚਾਰਾਂ ਦੇ ਵਿੱਚ ਜਿਹੜਾ ਉਹ ਵੰਡਿਆ ਗਿਆ। ਜਿਹੜੇ ਤਾਂ ਸਾਊਥ ਦੇ ਵਿੱਚ ਗਏ ਸੀ ਤੇ ਆਪਣਾ ਜਿਹੜੇ ਮਤਲਬ ਆਪਣਾ ਜਿਹੜਾ ਸਟਾਰਟਿੰਗ ਤੋਂ ਜਿੱਦਾਂ ਉਹ ਰਹਿ ਰਹੇ ਸੀਗੇ ਨਗਨ ਅਵਸਥਾ ਦੇ ਵਿੱਚ, ਉਦਾਂ ਹੀ ਆਪਣੇ ਵਿਚਾਰਾਂ ਤੇ ਉਹ ਕਾਇਮ ਰਹੇ ਆ, ਉਹਨਾਂ ਨੂੰ ਕਿਹਾ ਜਾਂਦਾ ਹੈ ਦਿਗੰਬਰ। ਠੀਕ ਹੈ ਨਾ, ਤੇ ਦਿਗੰਬਰ ਸੰਪਰਦਾਇ ਇਹਦੀ ਸਥਾਪਨਾ ਕਿਹਨੇ ਕਰੀ ਹੈ, ਫਿਰ ਭਦਰ ਬਾਹੂ ਨੇ, ਹੈ ਨਾ, ਕਿਉਂਕਿ ਭਦਰ ਬਾਹੂ ਹੀ ਲੈ ਕੇ ਗਏ ਸੀ ਨਾ ਉਹਨਾਂ ਨੂੰ, ਤਾਂ ਉਹ ਤਾਂ ਆਪਣੇ ਉਸ ਤੇ ਕਾਇਮ ਨੇ। ਜਿਨ੍ਹਾਂ ਨੇ ਮਤਲਬ ਨਗਨ ਅਵਸਥਾ ਨੂੰ ਛੱਡ ਕੇ ਸਫੇਦ ਕੱਪੜੇ ਪਾਣੇ ਸ਼ੁਰੂ ਕਰਤੇ, ਉਹਨਾਂ ਨੂੰ ਕਿਹਾ ਜਾਂਦਾ ਬਈ ਸਵੇਤਾਂਬਰ। ਠੀਕ ਹੈ ਨਾ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਸਵੇਤਾਂਬਰ। ਤੇ ਇਹਨਾਂ ਦੀ ਸਥਾਪਨਾ ਕਿਹਨੇ ਕਰੀ ਹੈ, ਸਵੇਤਾਂਬਰਾਂ ਦੀ, ਸਤੂਲ ਭਦਰ ਨੇ, ਸਤੂਲ ਭਦਰ। ਠੀਕ ਹੈ ਨਾ, ਇਹ ਯਾਦ ਰੱਖਣਾ ਹੈ। ਤਾਂ ਸਤੂਲ ਭਦਰ ਨੇ ਸਵੇਤਾਂਬਰ ਦੀ ਸਥਾਪਨਾ ਕਰੀ ਹੈ, ਤੇ ਸਤੂਲ ਭਦਰ ਨੇ ਸਵੇਤਾਂਬਰ ਦੀ ਸਥਾਪਨਾ ਕਰੀ ਹੈ, ਤੇ ਇਹ ਸਫੇਦ ਕੱਪੜੇ ਪਾਉਂਦੇ ਆ, ਯਾਨੀ ਕਿ ਇਹ ਫਿਰ ਕੌਣ ਹੋ ਗਿਆ, ਸਵੇਤਾਂਬਰ। ਤੇ ਇਹ ਕੌਣ ਨੇ, ਦਿਗੰਬਰ ਨੇ। ਹੈ ਦੋਨੇ ਜੈਨ ਨੇ। ਠੀਕ ਹੈ ਜੀ, ਬਟ ਜਿਹੜੇ ਸਫੇਦ ਕੱਪੜਿਆਂ ਦੇ ਵਿੱਚ ਰਹਿੰਦੇ ਆ ਉਹ ਸਵੇਤਾਂਬਰ ਜੈਨ ਹੁੰਦੇ ਆ, ਤੇ ਜਿਹੜੇ ਕੱਪੜੇ ਨਹੀਂ ਪਾਉਂਦੇ, ਬਿਲਕੁਲ ਨਗਨ ਅਵਸਥਾ ਦੇ ਵਿੱਚ ਰਹਿੰਦੇ ਆ, ਉਹ ਕੌਣ ਹੁੰਦੇ ਆ, ਉਹ ਦਿਗੰਬਰ ਹੁੰਦੇ ਆ। ਇਹ ਯਾਦ ਰੱਖਣਾ ਆਪਾਂ ਨੇ। ਤੇ ਕਈ ਵਾਰ ਡਾਇਰੈਕਟਲੀ ਕੁਐਸਚਨ ਆ ਜਾਂਦਾ, ਤੇ ਦਿਗੰਬਰ ਤੇ ਸਵੇਤਾਂਬਰ ਕੌਣ ਨੇ, ਜਾਂ ਕਿਹੜੇ ਧਰਮ ਨਾਲ ਸੰਬੰਧਿਤ ਨੇ, ਇਦਾਂ ਦਾ ਕੁਐਸਚਨ ਆ ਜਾਂਦਾ ਹੈ। ਜਾਂ ਫਿਰ ਇਹਨਾਂ ਦੇ ਸੰਸਥਾਪਕਾਂ ਬਾਰੇ ਪੁੱਛ ਲੈਂਦੇ ਆ ਕਿ ਦਿਗੰਬਰ ਜਿਹੜੀ ਸੰਪਰਦਾਇ ਉਹਦਾ ਸੰਸਥਾਪਕ ਕੌਣ ਹੈ, ਭਦਰ ਬਾਹੂ, ਤੇ ਸਵੇਤਾਂਬਰ ਸੰਪਰਦਾਇ ਦਾ ਸੰਸਥਾਪਕ ਕੌਣ ਹੈ, ਸਤੂਲ ਭਦਰ। ਠੀਕ ਹੈ ਬਾਈ, ਨੈਕਸਟ ਦੇਖੋ ਬਾਈ। ਠੀਕ ਹੈ ਨਾ, ਨੈਕਸਟ ਟੌਪਿਕ ਕੀ ਹੈ, ਜੈਨ ਧਰਮ ਦੀਆਂ ਸਭਾਵਾਂ। ਠੀਕ ਹੈ ਨਾ, ਜੈਨ ਧਰਮ ਦੀਆਂ ਸਭਾਵਾਂ, ਇਹ ਨੈਕਸਟ ਟੌਪਿਕ ਹੈ। ਇਹ ਕੀ ਹੈ, ਦੇਖੋ, ਜੈਨ ਧਰਮ ਜਦੋਂ ਬਣਿਆ ਹਨਾ, ਉਸ ਤੋਂ ਬਾਅਦ ਜਦੋਂ ਫਿਰ ਮਹਾਵੀਰ ਜਿਹੜੇ ਭਗਵਾਨ ਮਹਾਵੀਰ ਨੇ, ਉਹਨਾਂ ਦੀ ਡੈਥ ਤੋਂ ਬਾਅਦ ਕੀ ਹੈ, ਜੈਨ ਧਰਮ ਨੂੰ ਕਿੱਦਾਂ ਚਲਾਉਣਾ, ਤਾਂ ਇਹ ਸਮੇਂ-ਸਮੇਂ ਤੇ ਜਿਹੜੇ ਜੈਨ ਧਰਮ ਦੇ ਸਾਧੂ ਨੇ ਜਾਂ ਹੋਰ ਮੌਂਕ ਵਗੈਰਾ ਨੇ ਹਨਾ, ਜਿਵੇਂ ਸਤੂਲ ਭਦਰ ਹੋ ਗਿਆ, ਭਦਰ ਬਾਹੂ ਹੋ ਗਿਆ, ਜਾਂ ਹੋਰ ਵੀ ਉਸ ਟਾਈਮ ਦੇ ਸੀਗੇ, ਇਹ ਮਤਲਬ ਕਈ ਸਾਲਾਂ ਬਾਅਦ ਜਾਂ ਕਈ ਸੌ ਸਾਲਾਂ ਬਾਅਦ ਇਕੱਠੇ ਹੁੰਦੇ ਸੀਗੇ। ਤੇ ਫਿਰ ਕੀ ਹੈ ਵੀ ਆਪਾਂ ਨੇ ਕਿੱਦਾਂ ਕੰਮ ਕਰਨਾ, ਜਾਂ ਫਿਰ ਕੋਈ ਬਦਲਾਵ ਕਰਨਾ ਧਰਮ ਦੇ ਵਿੱਚ, ਤਾਂ ਉਹ ਕੀ ਕਰਦੇ ਸੀ, ਸਭਾਵਾਂ ਕਰਦੇ ਸੀਗੇ, ਜਾਂ ਮੀਟਿੰਗ ਵਗੈਰਾ ਜਿਹੜੀ ਉਹ ਕਰਦੇ ਸੀ। ਠੀਕ ਹੈ ਨਾ, ਤਾਂ ਉਹਨੂੰ ਕਿਹਾ ਜਾਂਦਾ ਹੈ ਕਾਉਂਸਿਲਸ ਇੰਗਲਿਸ਼ ਦੇ ਵਿੱਚ, ਤੇ ਸਭਾ ਪੰਜਾਬੀ ਦੇ ਵਿੱਚ। ਠੀਕ ਹੈ ਨਾ, ਇਹ ਆਪਾਂ ਕਹਿ ਸਕਦੇ ਹਾਂ। ਜਾਂ ਸੰਗੀਤੀਆਂ ਵਰਡ ਵੀ ਹੈ ਜਿਹੜਾ ਉਹ ਯੂਜ਼ ਹੁੰਦਾ ਹੈ। ਠੀਕ ਹੈ ਜੀ, ਤਾਂ ਇਹ ਦੋ ਹੋਈਆਂ ਨੇ, ਇਹ ਯਾਦ ਰੱਖਣਾ ਆਪਾਂ ਨੇ। ਪਹਿਲੀ ਕਦੋਂ ਹੋਈ ਹੈ, 300 BC ਦੇ ਵਿੱਚ, ਯਾਨੀ 300 ਈਸਾ ਪੂਰਵ ਦੇ ਵਿੱਚ ਹੋਈ ਹੈ। ਸਥਾਨ ਕਿੱਥੇ ਹੈ ਵੀ ਇਹਨਾਂ ਦਾ, ਬਿਹਾਰ ਦੇ ਪਾਟਲੀਪੁੱਤਰ ਦੇ ਵਿੱਚ ਹੋਈ ਸੀ। ਅਧਿਕਸ਼ ਕੌਣ ਸੀਗਾ, ਯਾਨੀ ਕਿਹਦੇ ਮਤਲਬ ਕਿਹਨੇ ਅਗਵਾਈ ਕਰੀ ਆ ਉਸ ਮੀਟਿੰਗ ਦੀ, ਉਹ ਸੀਗਾ ਸਤੂਲ ਭਦਰ। ਠੀਕ ਹੈ ਨਾ, ਸਤੂਲ ਭਦਰ ਬਾਰੇ ਆਪਾਂ ਨੇ ਪੜ੍ਹਿਆ ਹੈ ਹਨਾ। ਹੁਣ ਸਤੂਲ ਭਦਰ ਉਹੀ ਹੈ ਜਿਹਨੇ ਸਵੇਤਾਂਬਰ ਜਿਹੜਾ ਸੰਪਰਦਾਇ ਉਹਦੀ ਸਥਾਪਨਾ ਕਰੀ ਸੀ, ਸਫੇਦ ਕੱਪੜੇ ਜਿਹੜੇ ਉਹ ਪਾਣੇ ਸ਼ੁਰੂ ਕਰੇ ਸੀ। ਠੀਕ ਹੈ ਨਾ, ਉਸ ਟਾਈਮ ਰਾਜਾ ਕੌਣ ਸੀ, ਉਸ ਟਾਈਮ ਰਾਜਾ ਸੀਗਾ ਬਈ ਚੰਦਰਗੁਪਤ ਮੌर्य। ਤੇ ਨਤੀਜਾ ਉੱਥੇ ਹੋਇਆ ਕੀ ਹੈ, ਉੱਥੇ 12 ਅੰਗਾਂ ਦਾ ਜਿਹੜਾ ਇਹ ਨਿਰਮਾਣ ਹੋਇਆ। 12 ਅੰਗ ਕੀ ਹੈ, ਅੰਗ ਵਰਡ ਦਾ ਮਤਲਬ ਕੀ ਹੈ, ਅੰਗ ਵਰਡ ਦਾ ਮਤਲਬ ਹੈ ਜੈਨ ਧਰਮ ਦੇ ਧਾਰਮਿਕ ਗ੍ਰੰਥ, ਬੁੱਕਸ। ਠੀਕ ਹੈ ਨਾ,
ਜੈਨ ਧਰਮ ਦੀਆਂ ਜਿਹੜੀ ਧਾਰਮਿਕ ਕਿਤਾਬਾਂ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਅੰਗ, ਠੀਕ ਹੈ, ਇਹ ਯਾਦ ਰੱਖਣਾ ਹੈ। ਤਾਂ ਇਹਨਾਂ ਦਾ ਨਿਰਮਾਣ ਹੋਇਆ, ਠੀਕ ਹੈ ਜੀ, ਇਹ ਯਾਦ ਰੱਖਣਾ ਹੈ ਆਪਾਂ ਨੇ। ਤੇ ਦੂਜੀ ਕਦ ਹੋਈ ਹੈ? ਦੂਜੀ ਕਾਫੀ ਸਾਲਾਂ ਬਾਅਦ ਹੋਈ ਹੈ, ਲਗਭਗ 800 ਸਾਲਾਂ ਬਾਅਦ 512 ਈਸਵੀ ਦੇ ਵਿੱਚ। 512 ਈਸਵੀ ਦੇ ਵਿੱਚ ਕਿੱਥੇ ਹੋਈ ਹੈ? ਗੁਜਰਾਤ ਦੇ ਵੱਲਭੀ ਵਿੱਚ, ਗੁਜਰਾਤ ਦੇ ਵੱਲਭੀ ਦੇ ਵਿੱਚ ਹੋਈ ਹੈ। ਤੇ ਅਧਿਕਸ਼ ਕੌਣ ਸੀਗਾ? ਸ਼ਮਾ ਸ਼ਰਵਣ ਸੀਗਾ ਅਧਿਕਸ਼। ਤੇ ਉਸ ਟਾਈਮ ਰਾਜਾ ਕੌਣ ਸੀਗਾ? ਰਾਜੇ ਦਾ ਤਾਂ ਐਗਜ਼ੈਕਟ ਨਹੀਂ ਆਪਾਂ ਨੇ ਯਾਦ ਰੱਖਣਾ, ਨਾ ਆਪਾਂ ਨੂੰ ਪਤਾ ਹੈ ਬਈ, ਠੀਕ ਹੈ ਨਾ। ਤਾਂ ਇਦਾਂ ਕਿਹਾ ਜਾਂਦਾ ਕਿ ਉਸ ਟਾਈਮ ਜਿਹੜੇ ਮੈਤ੍ਰਿਕ ਵੰਸ਼ ਸੀਗਾ ਉਹਨਾਂ ਦਾ ਰੂਲ ਸੀਗਾ ਗੁਜਰਾਤ ਦੇ ਵਿੱਚ, ਠੀਕ ਹੈ ਨਾ। ਤੇ ਇਹ ਕੁਐਸਚਨ ਡਾਇਰੈਕਟਲੀ ਪੁੱਛਿਆ ਵੀ ਨਹੀਂ ਜਾਂਦਾ ਕਿ ਰਾਜਾ ਕੌਣ ਸੀਗਾ ਨਾ, ਵੰਸ਼ ਪੁੱਛਿਆ ਜਾਂਦਾ ਹੈ, ਠੀਕ ਹੈ ਨਾ। ਇੱਥੇ ਮੌਰਿਆ ਵੰਸ਼ ਸੀਗਾ, ਇੱਥੇ ਮੈਤ੍ਰਿਕ ਵੰਸ਼ ਸੀਗਾ ਬਈ। ਤਾਂ ਇਹ ਹੋਇਆ ਬਈ, ਇੱਥੇ ਵੀ ਜਿਹੜੀ ਬੁੱਕਸ ਵਗੈਰਾ ਨੇ ਉਹ ਲਿਖੀਆਂ ਗਈਆਂ ਨੇ ਜੈਨ ਧਰਮ ਦੀਆਂ, ਠੀਕ ਹੈ ਨਾ। ਜਿਹੜੇ 12 ਅੰਗ ਨੇ ਤੇ 12 ਫਿਰ ਉਪ ਅੰਗ ਹੋ ਗਏ, ਮਤਲਬ ਉਹਨਾਂ ਅੰਗਾਂ ਦੇ ਅੱਗੇ ਫਿਰ ਉਪ ਅੰਗ ਹੋ ਗਏ ਹਨਾ। ਉਹਨਾਂ ਦਾ ਜਿਹੜਾ ਕਿ ਆ ਥੋੜਾ ਬਹੁਤਾ ਹੈ ਜਿਹੜਾ ਉਹਨੂੰ ਮਤਲਬ ਸਿਸਟਮ ਦੇ ਵਿੱਚ ਜਿਹੜਾ ਉਹ ਲਿਖਿਆ ਗਿਆ ਹੈ ਨਾ ਜੈਨ ਧਰਮ ਦੇ। ਤਾਂ ਇਹ ਜੈਨ ਧਰਮ ਦੀਆਂ ਦੋ ਸਭਾਵਾਂ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਆਪਾਂ ਦੇਖਦੇ ਹਾਂ ਤੀਰਥੰਕਰ ਨੇ ਜਿਹੜੇ ਆਪਣੇ ਹਨਾ, ਉਹਨਾਂ ਦੇ ਚਿੰਨ੍ਹ ਹਨਾ, ਇਹ ਕੁਐਸਚਨ ਵੀ ਆ ਜਾਂਦੇ ਆ। ਦੇਖੋ ਟੋਟਲ ਤੀਰਥੰਕਰ ਕਿੰਨੇ ਨੇ? 24, ਪਰ 24 ਦੇ ਨਹੀਂ, ਆਪਾਂ ਨੇ ਤਿੰਨਾਂ ਦੇ ਚਿੰਨ੍ਹ ਯਾਦ ਰੱਖਣੇ ਆ। ਵੈਸੇ ਤਾਂ 24 ਦੇ ਚਿੰਨ੍ਹ ਨੇ ਹਨਾ, ਜਿੰਨੇ ਵੀ 24 ਤੀਰਥੰਕਰ ਹੋਏ ਨੇ ਸਾਰਿਆਂ ਦੇ ਆਪਣੇ ਆਪਣੇ ਚਿੰਨ੍ਹ ਨੇ, ਬਟ ਆਪਾਂ ਨੇ ਤਿੰਨਾਂ ਦੇ ਯਾਦ ਰੱਖਣੇ ਆ। ਜਿਹੜੇ ਸਭ ਤੋਂ ਪਹਿਲੇ ਸੀਗੇ ਰਿਸ਼ਭਨਾਥ, ਉਹਨਾਂ ਦਾ ਚਿੰਨ੍ਹ ਕੀ ਹੈ? ਬੈਲ ਯਾਨੀ ਬੁੱਲ ਹਨਾ। ਇਹ ਡਾਇਰੈਕਟ ਪੇਪਰ ਦੇ ਵਿੱਚ ਆ ਜਾਂਦੇ ਆ, ਇਹ ਯਾਦ ਰੱਖਣੇ ਨੇ। 23ਵੇਂ ਤੀਰਥੰਕਰ ਸੀਗੇ ਪਾਰਸ਼ਵਨਾਥ, ਪਾਰਸ਼ਵਨਾਥ ਦੇ ਚਿੰਨ੍ਹ ਕਿਹੜਾ ਹੈ ਬਈ? ਸਰਪੈਂਟ ਯਾਨੀ ਸੱਪ। ਤੇ ਸਭ ਤੋਂ ਆਖਰੀ ਤੀਰਥੰਕਰ ਸੀਗੇ ਜਿਹੜੇ ਵਰਧਨ ਮਹਾਵੀਰ ਜਾਂ ਮਹਾਵੀਰ ਜੈਨ ਹਨਾ, ਉਹਨਾਂ ਦਾ ਚਿੰਨ੍ਹ ਕੀ ਹੈ? ਸ਼ੇਰ। ਤਾਂ ਇਹ ਤਿੰਨੇ ਯਾਦ ਰੱਖਣੇ ਆਪਾਂ ਨੇ, ਇਹ ਡਾਇਰੈਕਟ ਪੇਪਰ ਦੇ ਵਿੱਚ ਕੁਐਸਚਨ ਆ ਜਾਂਦੇ, ਠੀਕ ਹੈ ਜੀ। ਇਸ ਤੋਂ ਇਲਾਵਾ ਜੈਨ ਧਰਮ ਦੇ ਵਿੱਚ ਇਹ ਦੋ ਵਰਡ ਇਹ ਵੀ ਯੂਜ਼ ਹੁੰਦੇ ਆ, ਇਹ ਵੀ ਦੇਖ ਲਓ, ਮਹਾਵਰਤ ਤੇ ਅਣੁਵਰਤ। ਇਹ ਕੀ ਹੁੰਦਾ ਹੈ? ਦੇਖੋ ਮਹਾਵਰਤ ਹੁੰਦਾ ਆ ਜਿਹੜੇ ਜੈਨ ਧਰਮ ਦੀ 5 ਸਿੱਖਿਆਵਾਂ ਨੇ ਹਨਾ, ਜਿਵੇਂ ਪਹਿਲੀ ਅਹਿੰਸਾ ਹੋ ਗਈ, ਸੱਤ ਹੋ ਗਈ, ਅਸਤਿਆ ਹੋ ਗਈ, ਅਪਰਿਗ੍ਰਹਿ, ਤੇ ਪੰਜਵੀਂ ਜਿਹੜੀ ਹੈ ਬ੍ਰਹਮਚਾਰਿਆ ਹਨਾ। ਤਾਂ ਜੋ ਵੀ ਮੌਂਕ ਜਾਂ ਜੋ ਵੀ ਵਿਅਕਤੀ ਇਹਨੂੰ ਫੋਲੋ ਕਰਦਾ ਇਹਨਾਂ 5 ਸਿੱਖਿਆਵਾਂ ਨੂੰ ਹਨਾ, ਤਾਂ ਉਹਨੂੰ ਕਿਹਾ ਜਾਂਦਾ ਹੈ ਮਹਾਵਰਤ, ਠੀਕ ਹੈ ਜੀ। ਤਾਂ ਮਹਾਵਰਤ ਉਹਨੂੰ ਕਿਹਾ ਜਾਂਦਾ ਜਿਹੜਾ ਪੰਜੇ ਜਿਹੜੀ ਸਿੱਖਿਆਵਾਂ ਨੇ ਉਹਨੂੰ ਫੋਲੋ ਕਰ ਰਿਹਾ। ਤੇ ਅਣੁਵਰਤ ਕੀ ਹੈ? ਅਣੁਵਰਤ ਹੈ ਬਈ ਜਿਹੜਾ ਵਿਅਕਤੀ ਇਹਨਾਂ 5 ਸਿੱਖਿਆਵਾਂ ਨੂੰ, ਜਿਹੜਾ ਵਿਅਕਤੀ ਮਹਾਵਰਤ ਨੂੰ ਓਬਜ਼ਰਵ ਕਰ ਰਿਹਾ, ਫੋਲੋ ਨਹੀਂ ਮਤਲਬ ਓਬਜ਼ਰਵ ਕਰ ਰਿਹਾ ਉਹਨੂੰ, ਠੀਕ ਹੈ ਜੀ, ਤਾਂ ਉਹਨੂੰ ਕਿਹਾ ਜਾਂਦਾ ਹੈ ਅਣੁਵਰਤ। ਤਾਂ ਅਣੁਵਰਤ ਤੇ ਮਹਾਵਰਤ ਇਹ ਦੋਨੇ ਵਰਡ ਆਪਾਂ ਨੇ ਯਾਦ ਰੱਖਣੇ ਆ, ਠੀਕ ਹੈ ਜੀ। ਤਾਂ ਇਹ ਜੈਨ ਧਰਮ ਦੇ ਕੁਝ ਫੈਕਟ ਹੋ ਗਏ। ਇਸ ਤੋਂ ਇਲਾਵਾ ਜੈਨ ਧਰਮ ਦੇ ਬਾਰੇ ਇਦਾਂ ਦੇ ਕੁਐਸਚਨ ਆ ਜਾਂਦੇ ਆ ਕਿ ਅਹਿੰਸਾ ਹੈ ਨਾ, ਅਹਿੰਸਾ ਬਾਰੇ ਪੁੱਛ ਲੈਂਦੇ ਆ ਕਿ ਅਹਿੰਸਾ ਜਿਹੜੀ ਸਿੱਖਿਆ ਹੈ ਇਹ ਕਿਹਦੀ ਹੈ? ਵੈਸੇ ਤਾਂ ਬੁੱਧ ਧਰਮ ਤੇ ਜੈਨ ਧਰਮ ਦੋਹਾਂ ਦੀ ਹੈ, ਬਟ ਜੇ ਤੁਹਾਨੂੰ ਡਾਇਰੈਕਟਲੀ ਕੁਐਸਚਨ ਪੁੱਛਿਆ ਜਾਵੇ ਸਿੰਪਲ ਹੈ ਨਾ, ਤੇ ਚਾਰੇ ਆਪਸ਼ਨ ਦੇ ਵਿੱਚ ਸਾਨੂੰ ਮਿਲਣ ਇੱਕ ਚ ਜੈਨ, ਬੁੱਧ, ਸਿੱਖ ਜਾਂ ਹਿੰਦੂ ਧਰਮ ਜਾਂ ਕੋਈ ਏਦਾਂ ਹੈ ਨਾ, ਤਾਂ ਮੇਨਲੀ ਉੱਥੇ ਤੁਸੀਂ ਜੈਨ ਟਿਕ ਕਰਨਾ, ਜੈਨ ਧਰਮ, ਠੀਕ ਹੈ ਨਾ। ਇਹ ਕੁਐਸਚਨ ਵੀ ਆ ਜਾਂਦਾ ਹੈ ਕਈ ਵਾਰ। ਤੇ ਇਸ ਤੋਂ ਇਲਾਵਾ ਜੈਨ ਧਰਮ ਦੇ ਬਾਰੇ ਇਹ ਵੀ ਯਾਦ ਰੱਖ ਲਓ ਕਿ ਜਿਹੜੀ ਕਾਸਟਿਜ਼ਮ ਹੈ ਇਹਨੂੰ ਇਹ ਨਹੀਂ ਮੰਨਦੇ, ਵੇਦਾਂ ਨੂੰ ਵੀ ਨਹੀਂ ਇਹ ਮੰਨਦੇ ਕਿ ਵੇਦ ਹੈ ਜਿਹੜੇ ਉਹ ਸੁਪਰੀਮ ਅਥਾਰਟੀ ਹੈ ਹਨਾ, ਜਾਂ ਪਰਮਾਤਮਾ, ਇਹ ਸਾਰਾ ਕੁਝ ਇਹ ਨਹੀਂ ਮੰਨਦੇ, ਠੀਕ ਹੈ। ਇਹ ਮੇਨਲੀ ਕਰਮ ਦੇ ਵਿੱਚ ਬਿਲੀਵ ਕਰਦੇ ਆ, ਇਹ ਯਾਦ ਰੱਖ ਲੈਣਾ ਆਪਾਂ ਨੇ, ਠੀਕ ਹੈ ਜੀ। ਤੇ ਯੂਨੀਵਰਸਲ ਬ੍ਰਦਰਹੁੱਡ ਮਤਲਬ ਸਮਾਨਤਾ ਸਾਰਾ ਹਨਾ, ਵਨ ਸਿਸਟਮ ਨੂੰ ਵੀ ਨਹੀਂ ਮੰਨਦੇ, ਤਾਂ ਇਹ ਯੂਨੀਵਰਸਲ ਬ੍ਰਦਰਹੁੱਡ ਹੈ ਜਿਹੜਾ ਉਹਨੂੰ ਮੰਨਦੇ ਆ, ਠੀਕ ਹੈ ਨਾ। ਏਦਾਂ ਕਰਕੇ ਇਹ ਕੁਝ ਪੁਆਇੰਟ ਨੇ ਜੈਨ ਧਰਮ ਬਾਰੇ, ਇਹ ਤੁਸੀਂ ਯਾਦ ਕਰ ਲਓ, ਠੀਕ ਹੈ ਜੀ। ਬਸ ਇੰਨਾ ਕੀ ਹੈ ਜੈਨ ਧਰਮ ਦੇ। ਤੇ ਕੱਲ੍ਹ ਆਪਾਂ ਬੁੱਧ ਧਰਮ, ਕੱਲ੍ਹ ਨਹੀਂ ਆਪਾਂ ਕੱਲ੍ਹ ਬਈ ਆਪਾਂ ਟੈਸਟ ਕਰਾਂਗੇ, ਠੀਕ ਹੈ ਨਾ। ਕੱਲ੍ਹ ਜਿੰਨੇ ਵੀ ਟੌਪਿਕ ਆਪਣੇ ਹਿਸਟਰੀ ਦੇ ਹੋ ਚੁੱਕੇ ਆ, ਕੱਲ੍ਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਉਹਨਾਂ ਸਾਰਿਆਂ ਦਾ ਕੀ ਹੈ ਮੈਂ MCQ ਕੁਇਜ਼ ਹੈ ਜਿਹੜੀ ਉਹ ਲੈ ਕੇ ਆਊਂਗਾ, ਠੀਕ ਹੈ ਨਾ। ਤਾਂ ਕੋਸ਼ਿਸ਼ ਰਹੇਗੀ ਕਿ ਮੈਂ ਲਾਈਵ ਆਵਾਂ, ਤੇ ਲਾਈਵ ਆ ਕੇ ਆਪਾਂ ਨੇ ਕੀ ਹੈ ਜਿੰਨੇ ਵੀ ਮੇਨ ਜੇ ਕੁਐਸਚਨ ਬਣਦੇ ਆ ਪ੍ਰੀਵੀਅਸ ਈਅਰ, ਸਾਰੇ ਪ੍ਰੀਵੀਅਸ ਈਅਰ MCQ ਹੋਣਗੇ, ਤਾਂ ਉਹ ਦੇਖਦੇ ਆ ਵੀ ਤੁਸੀਂ ਕਿੰਨਾ ਕੁ ਪ੍ਰਪੇਅਰ ਹੋ ਉਹਦੇ, ਠੀਕ ਹੈ ਨਾ। ਤਾਂ ਮਿਲਦੇ ਆ ਫਿਰ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ।